दर्शन परसै गुरु कै, जन्म मरण दुख जाए। होवै सिफत खसामंदी, नूर अरसों कुरसों चट्टीऐ। तुध डिठे सच्चे पातशाह, मल जन्म जन्म दी कट्टी है। सज्जन सच्चा पातशाह, सिर शाहां दा शाहो। जिस पास बैठिया सोही है, सबना दा वेसाहो। वाहिगुरु साहिब जीओ। श्री राग महला पहला। मछली जाल ना जानिया, सर खारा असगाहो। अत सियाणी सोहनी, क्यों कीतो वेसाहो। मछली जाल न जानिया, सर खारा असगाहो। अत सियाणी सोहनी, क्यों कीतो वेसाहो। कीते कारण पाकड़ी, काल न टलै सिराहो। भाई रे इउं सिर जानहु काल, ज्यों मच्छी त्यों मानसा। पवै अचिंता जाल रहाओ। सब जग बाधो काल को, बिन गुर काल अफार। सच रत्ते से उबरे, दुविधा छोड़ विकार। हों तिनकै बलिहारणै, दर सच्चै सचियार। सीचाने ज्यों पंखिया, जाली मध्यक हाथ। गुर राखे से उबरे, होर फाथे चोगै साथ। बिन नावै चुन सुट्टिया है, कोय ना संगी साथ। सच्चो सच्चा आखियै, सच्चे सच्चा थान। जिन्नी सच्चा मन्निया, तिन मन सच ध्यान। मन मुख सूचे जानिया है, गुरमुख जिना ज्ञान। सतगुर अग्गै अरदास कर, साजन दे मिलाए। साजन मिलिया सुख पाया, जमदूत मोए बिख खाए। नावै अंदर हो वसां, नाऊं वसै मन आए। बाज गुरु गुबार है, बिन शब्दै बूझ न पाए। गुरमति प्रगास होए, सच रहै लिवलाए। तिथै काल न संचरै, ज्योति जोत समाए। तू है साजन तू सुजान, तू आपे मेलनहार। गुर शब्दी सालाहिया, अंत न पारावार। तिथै काल न अपड़ै, जिथै गुर का शब्द अपार। हुक्मी सभे उपजै, हुक्मी कार कमाहे। हुक्मी कालै वस है, हुक्मी साच समाहे। नानक जो तिस भावै सो थियै, इन्ना जनता वस किश नाहे। हुक्मी सभे उपजै, हुक्मी कार कमाहे। हुक्मी कालै वस है, हुक्मी सच समाहे। नानक जो तिस भावै सो थियै, इन्ना जनता वस किश नाहे।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਸਤਿਗੁਰਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਲਵਾ ਰਹੇ ਹੋ ਅਤੇ ਸਾਹਿਬ ਜੀ ਦੀ ਅੰਮ੍ਰਿਤਮਈ ਪਵਿੱਤਰ ਤੁਰਕੀ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਕਥਾ ਚੱਲ ਰਹੀ ਹੈ, ਜੋ ਹਰ ਰੋਜ਼ ਆਪ ਜੀ ਨੇਮ ਅਨੁਸਾਰ ਸੁਣਦੇ ਹੋ। ਅੱਜ ਦੀ ਸਾਡੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 55 ਉੱਤੇ ਸੁਭਾਇਮਾਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਦੇ ਵਿੱਚੋਂ ਹੈ। 3 ਅਸ਼ਟਪਦੀਆਂ ਹੁਣ ਤੱਕ ਹੋ ਗਈਆਂ। ਚੌਥੀ ਅਸ਼ਟਪਦੀ ਸਰਵਣ ਕਰਦੇ ਹਾਂ। ਗੁਰੂ ਜੀ ਕੀ ਉਪਦੇਸ਼ ਦਿੰਦੇ ਹਨ। ਸ਼੍ਰੀ ਰਾਗ ਮਹੱਲਾ ਪਹਿਲਾ। ਸ਼੍ਰੀ ਰਾਗ ਰਾਗ ਦਾ ਨਾਮ ਹੈ। ਮਹੱਲਾ ਪਹਿਲਾ ਤੋਂ ਭਾਵ ਪਹਿਲੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੀ ਰਸਨਾ ਤੋਂ ਇਹ ਪਾਵਨ ਇਲਾਹੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਉਚਾਰਨ ਹੋਇਆ ਹੈ। ਕੀ ਕਹਿੰਦੇ ਨੇ? ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾਹੋ। ਉਦਾਹਰਨ ਦੇਖੋ, ਗੁਰੂ ਅਰਜਨ ਦੇਵ ਗੁਰੂ ਨਾਨਕ ਦੇਵ ਮਹਾਰਾਜ ਇੱਕ ਮਛਲੀ ਦੀ ਦੇ ਰਹੇ ਆ ਬੰਦੇ ਨੂੰ ਸਮਝਾਉਣ ਵਾਸਤੇ। ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਵਰਤੀਆਂ ਨੇ। ਕਿਤੇ ਮੱਛੀ ਦੀ, ਕਿਤੇ ਭੌਰੇ ਦੀ, ਕਿਤੇ ਮਿਰਗ ਦੀ, ਕਿਤੇ ਹਾਥੀ ਦੀ, ਕਿ ਹਾਥੀ ਕਿਵੇਂ ਮਾਰਿਆ ਜਾਂਦਾ ਹੈ, ਕਿਤੇ ਬਾਂਦਰ ਦੀ। ਬਾਂਦਰ ਦੀਆਂ ਉਦਾਹਰਨਾਂ ਵੀ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇਲੀ ਨੀ ਹੱਥ ਪਸਾਰ। ਕਈ ਥਾਈਂ ਕੁੱਤੇ ਦੀ ਉਦਾਹਰਨ ਵੀ ਵਰਤੀ ਹੈ ਮਹਾਰਾਜ ਨੇ। ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿੱਤਾ। ਕਾਰਨ ਬੰਦਾ ਸਮਝ ਜਾਏ। ਇੱਲ ਦੀਆਂ ਉਦਾਹਰਨਾਂ ਗੁਰਬਾਣੀ 'ਚ ਆਉਂਦੀਆਂ। ਅਸਮਾਨਾਂ ਚੁੱਟਦੀ ਫਿਰਦੀ ਹੈ ਇੱਲ। ਇਹ ਸਭ ਕੁਝ ਉਦਾਹਰਨਾਂ ਇਸ ਕਰਕੇ ਵਰਤੀਆਂ ਜਾਂਦੀਆਂ ਕਿ ਬੰਦੇ ਨੂੰ ਕੋਈ ਸਮਝ ਆ ਜਾਏ, ਕੋਈ ਇਹਨੂੰ ਮਾੜੀ ਮੋਟੀ ਗੱਲ ਦੀ ਸੋਝੀ ਪੈ ਜਾਏ ਵੀ ਸੱਚਾਈ ਹੈ ਕੀ ਹੈ। ਅੱਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਮੱਛੀ ਦੀ ਹੁੰਦੀ ਹੈ, ਮਛਲੀ ਦੀ ਉਦਾਹਰਨ ਕਿਵੇਂ ਵਰਤੀ? ਕਹਿੰਦੇ ਮਛਲੀ ਜਾਲ ਨਾ ਜਾਣਿਆ। ਕਹਿੰਦੇ ਮਛਲੀ ਜਦੋਂ ਸਮੁੰਦਰ ਵਿੱਚ ਹੈ, ਪਾਣੀ ਵਿੱਚ ਹੈ, ਉਹ ਸਮੁੰਦਰ ਦੀ ਕਦਰ ਨਹੀਂ ਜਾਣਦੀ। ਕਦਰ ਨਹੀਂ ਜਾਣਦੀ ਕਿ ਸਮੁੰਦਰ ਕਿੰਨਾ ਅਸਗਾਹ ਡੂੰਘਾ ਹੈ, ਇਹਦਾ ਖਾਰਾ ਲੂਣਾ ਪਾਣੀ ਤੇਰੇ ਲਈ ਕਿੰਨਾ ਲਾਹੇਵੰਦ ਹੈ। ਅਤੇ ਉਹ ਮਛਲੀ ਉਸ ਸਮੁੰਦਰ ਦੀ ਸਾਰ ਨਾ ਜਾਣ ਕੇ ਟੋਭਿਆਂ 'ਚ ਆ ਵੜੀ। ਛੋਟੀਆਂ ਛੋਟੀਆਂ ਪਾਣੀ ਦੀਆਂ ਕਹਿ ਲਓ ਕਿ ਜਿਹੜੀਆਂ ਥਾਵਾਂ ਸਨ, ਉੱਥੇ ਆ ਬੈਠੀ। ਅਤੇ ਉੱਥੇ ਹੋਇਆ ਕਿ ਜਿੱਥੇ ਥੋੜ੍ਹਾ ਪਾਣੀ ਸੀ, ਦੁਨੀਆ ਦੀ ਦੇਖਣ ਦੀ ਚਾਹਤ ਵਿੱਚ ਕੰਢਿਆਂ 'ਤੇ ਆਈ। ਅਤੇ ਜਿਉਂ ਇੱਧਰ ਨੂੰ ਆਈ ਤਿਉਂ
ਬਾਣੀ ਚਾਹੁੰਦਾ ਥੋੜਾ ਜਲ ਮਛਲੀ ਝੀਵਰ ਮੇਲੇ ਜਾਲ, ਇਹ ਟੁੱਗ ਨਾ ਛੁੱਟ ਸੈਂ ਫਿਰ ਕਰ ਸਮੁੰਦ ਸੰਭਾਲ। ਕਬੀਰ ਥੋੜਾ ਜਲ ਮਛਲੀ, ਕਬੀਰ ਜੀ ਦਾ ਸ਼ਬਦ ਹੈ। ਕਹਿੰਦੇ ਜਿਵੇਂ ਮਛਲੀ ਥੋੜੇ ਪਾਣੀ ਦੀ ਝਾਕ ਦੇ ਵਿੱਚ, ਜਾਂ ਕਹਿ ਲਓ ਕੰਢਿਆਂ 'ਤੇ ਘੁੰਮਦੀ ਫਿਰਦੀ ਹੈ, ਉਹਨੂੰ ਇਹ ਨਹੀਂ ਸੀ ਪਤਾ ਕੰਢਿਆਂ 'ਤੇ ਮਛਵਾਰੇ ਮੱਛੀਆਂ ਫੜਨ ਵਾਲੇ ਝੀਬਰ ਵੀ ਘੁੰਮਦੇ ਆ। ਉਹ ਦੂਰੋਂ ਵੇਖਦੀ ਆ ਲੋਕਾਂ ਨੂੰ ਜਾਲ ਸੁੱਟਦਿਆਂ ਨੂੰ, ਵੀ ਬੜੇ ਸੋਹਣੇ ਰੰਗ ਬਿਰੰਗੇ ਜਾਲ ਜੇ ਸੁੱਟਦੇ ਆ, ਮਣਕੜੇ ਲਾਉਂਦੇ ਆ ਉੱਤੇ, ਮਛਲੀਆਂ ਭੱਜੀਆਂ ਜਾਲਾਂ ਵੱਲ ਆਉਂਦੀਆਂ ਨੇ ਅਤੇ ਜਾਲ ਵਿੱਚ ਫਸ ਜਾਂਦੀਆਂ ਨੇ, ਫਿਰ ਰੋਂਦੀਆਂ ਨੇ, ਪਛਤਾਵਾ ਕਰਦੀਆਂ ਨੇ, ਮੈਂ ਜਾਲ 'ਤੇ ਹਾਏ ਹਾਏ, ਮੈਂ ਜਾਲ 'ਤੇ ਯਕੀਨ ਕਿਉਂ ਕੀਤਾ, ਮੈਂ ਫਸ ਗਈ, ਹੁਣ ਛੁਟਕਾਰਾ ਕੋਈ ਨਹੀਂ। ਬਾਬਾ ਕਬੀਰ ਜੀ ਨੇ ਸਮਝਾਇਆ, ਕਬੀਰ ਸਮੁੰਦ ਨਾ ਛੋਡੀਆ, ਜਾਓ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਪਹਲੋ ਨਾ ਕਹਿ ਹੈ ਕੋਏ। ਸਮੁੰਦਰ ਨਹੀਂ ਛੱਡੀਦਾ, ਭਾਵੇਂ ਖਾਰਾ ਹੀ ਹੋਵੇ ਮਛਲੀਏ। ਟੋਭਿਆਂ ਟੋਭਿਆਂ 'ਤੇ ਘੁੰਮਦਿਆਂ ਨੂੰ, ਭਟਕਦਿਆਂ ਨੂੰ, ਪਤਾ ਨਹੀਂ ਕਿਹੜੇ ਵੇਲੇ ਮਛਲੀ ਨੂੰ ਫੜ ਲੈਣਾ। ਅਤੇ ਇਉਂ ਹੀ ਗੁਰ ਪਰਮੇਸ਼ਰ ਦਾ ਦਰ ਨਹੀਂ ਛੱਡੀਦਾ, ਭਾਵੇਂ ਔਂਕੜਾ ਮੁਸੀਬਤਾਂ ਵੀ ਆਉਣ, ਥਾਂ ਥਾਂ ਭਟਕਦਿਆਂ ਨੂੰ ਕਿਸੇ ਚੰਗਾ ਨਹੀਂ ਕਹਿਣਾ। ਪੋਖਰ ਪੋਖਰ ਢੂੰਡਤੇ ਭਲੋ ਨਾ ਕੋਏ, ਇਉਂ ਬੜੀਆਂ ਸਾਰੀਆਂ ਉਦਾਹਰਨਾਂ ਦੇ ਕੇ ਇੱਥੇ ਆਖਿਆ, ਕਹਿੰਦੇ ਮਛਲੀ ਜਾਲ ਨਾ ਜਾਣਿਆ। ਮਛਲੀ ਨੂੰ ਪਤਾ ਹੀ ਨਹੀਂ ਸੀ ਜਾਲ ਦਾ ਕਿ ਇਤਨਾ ਖਤਰਨਾਕ ਹੈ। ਸਰ ਖਾਰਾ ਅਸਗਾਹੋ, ਸਰ ਸਮੁੰਦਰ ਜਿਹੜਾ ਖਾਰਾ ਹੈ, ਅਸਗਾ ਬੜਾ ਡੂੰਘਾ ਹੈ, ਉਸ ਡੂੰਘੇ ਨਮਕੀਨ ਪਾਣੀ ਦਾ ਇਹਨੇ ਆਨੰਦ ਨਾ ਲਿਆ, ਜਾਲ ਵੱਲ ਨੂੰ ਭੱਜ ਪਈ। ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾਹੋ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ, ਦੇਖੋ ਇਹ ਮਛਲੀ ਕਿੰਨੀ ਸਿਆਣੀ ਹੈ। ਵੈਸੇ ਮਛਲੀ ਦੀਆਂ ਕਿਸਮਾਂ ਬੜੀਆਂ ਸਿਆਣੀਆਂ ਸਿਆਣੀਆਂ ਮਛਲੀਆਂ ਪਈਆਂ, ਬਹੁਤ ਸਿਆਣੀਆਂ, ਦੇਖਣ ਨੂੰ ਸੋਹਣੀਆਂ ਕਿੰਨੀਆਂ ਨੇ, ਬੜੀਆਂ ਸੋਹਣੀਆਂ ਤੋਂ ਸੋਹਣੀਆਂ ਮਛਲੀਆਂ ਪਈਆਂ। ਸਮੁੰਦਰ ਦੀ ਤਹਿ 'ਚ ਹੋਣੇ ਲੱਭਦਿਆਂ ਲੱਭਦਿਆਂ ਉਹਨਾਂ ਨੂੰ ਇੱਕ ਐਸੀ ਮਛਲੀ ਮਿਲੀ ਹੈ, ਜੀਵ ਵਿਗਿਆਨੀਆਂ ਨੂੰ ਜਿਹੜੇ ਪਾਣੀ ਦੇ ਵਿੱਚ ਲੱਭਦੇ ਆ, ਪਰਮਾਤਮਾ ਨੇ ਉਹ ਮਛਲੀ ਉਹ ਥੱਲੇ ਸਮੁੰਦਰ ਦੇ ਬਹੁਤ ਗਹਿਰੀ ਸਤ੍ਹਾ 'ਚ ਰਹਿੰਦੀ ਹੈ, ਜਿੱਥੇ ਐਨ ਘੁੱਪ ਹਨੇਰਾ ਪਾਣੀ ਦੇ ਥੱਲੇ, ਇੰਨੇ ਡੂੰਘੇ 'ਚ ਰਹਿੰਦੀ ਹੈ। ਉਹ ਹੈਰਾਨੀ ਦੀ ਗੱਲ ਇਹ ਹੈ, ਪਰਮਾਤਮਾ ਨੇ ਉਹਨੂੰ ਇੱਕ ਬੱਲਬ ਦਿੱਤਾ ਹੈ, ਜਿਵੇਂ ਲਾਈਟ ਦਿੱਤੀ ਹੈ ਕੁਦਰਤੀ। ਉਹ ਗੂੜ੍ਹੇ ਹਨੇਰਿਆਂ ਦੇ ਵਿੱਚ ਆਪਣਾ ਸ਼ਿਕਾਰ ਕਰਨ ਲਈ ਉਹ ਲਾਈਟ ਬਲਦੀ ਹੈ ਉਹਦੇ ਅੱਗੇ 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 ਅੱਗੇ, ਜਿਵੇਂ ਆਪਣੇ ਜੁਗਨੂ ਪਟਵੀਜਨੇ ਦੇ ਨਹੀਂ ਹੁੰਦੀ, ਜੁਗਨੂ ਦੇ ਥੋੜ੍ਹੀ ਜਿਹੀ ਲਾਈਟ ਚਾਨਣ ਜਾ। ਇਉਂ ਦੇਖੋ ਕਿੰਨੀਆਂ ਸੋਹਣੀਆਂ ਤੋਂ ਸੋਹਣੀਆਂ ਮੱਛੀਆਂ ਰੰਗ ਬਿਰੰਗੀਆਂ। ਕਦੇ ਦਰਬਾਰ ਸਾਹਿਬ ਜਾਈਏ, ਕਿੰਨੀਆਂ ਪਿਆਰੀਆਂ ਨੇ, ਇਹ ਕਿਸੇ ਨੂੰ ਕੁਝ ਕਹਿੰਦੀਆਂ ਨੇ, ਕਿੰਨੀਆਂ ਸੋਹਣੀਆਂ ਲੱਗਦੀਆਂ, ਮਨ ਨੂੰ ਮੋਹਦੀਆਂ ਨੇ। ਕਹਿੰਦੇ ਹੈ ਤਾਂ ਸਿਆਣੀਆਂ, ਦੇਖਣ ਨੂੰ ਹੈ ਸੋਹਣੀਆਂ, ਪਰ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ, ਕਿਉਂ ਵਿਸਾਹ ਕਰ ਬੈਠੀਆਂ, ਭਰੋਸਾ ਕਰ ਬੈਠੀਆਂ ਜਾਲ ਦਾ, ਸ਼ਿਕਾਰੀ ਦਾ। ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾਹੋ, ਕਿਉਂ ਵਿਸਾਹ ਕਰ ਬੈਠੀ, ਭਰੋਸਾ ਕਰ ਬੈਠੀ ਇਹ ਮਛਲੀ ਸ਼ਿਕਾਰੀ ਦਾ ਅਤੇ ਜਾਲ ਦਾ। ਹੁਣ ਪਤਾ ਨਹੀਂ ਇਹਨੂੰ ਕੀ ਹੋ ਗਿਆ। ਹੁਣ ਫਿਰ ਅਗਲੀ ਗੱਲ ਦੱਸ ਰਹੇ, ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਿਰਾਹੋ। ਹੁਣ ਕਹਿੰਦੇ ਕਰਤਾ ਬੈਠੀ ਗਲਤੀ, ਪੈਰ ਪੱਟ ਬੈਠੀ, ਸਮੁੰਦਰ 'ਚੋਂ ਆ ਗਈ, ਅਤੇ ਹੋਇਆ ਕੀ, ਕਹਿੰਦੇ ਆਪਣੇ ਕੀਤੇ ਕਾਰਨ ਹੁਣ ਪਕੜੀ ਗਈ, ਕੁੰਡੀ 'ਚ ਫਸ ਗਈ, ਜਾਲ 'ਚ ਫਸ ਗਈ। ਕਹਿੰਦੇ ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹੋ। ਹੁਣ ਇਹਦੇ ਸਿਰ ਤੋਂ ਕਾਲ ਮੌਤ ਟਲਣੀ ਨਹੀਂ, ਹੁਣ ਸ਼ਿਕਾਰੀ ਨੇ ਇਹਨੂੰ ਮਾਰ ਦੇਣਾ।
ਕਿਉਂ? ਆਪ ਜੋ ਬੀਜਿਆ, ਆਪ ਜੋ ਕੀਤਾ, ਜੋ ਕਰਮ ਅਸੀਂ ਬੀਜ ਲੈਂਦੇ ਹਾਂ ਫਿਰ ਵੱਢਣਾ ਹੀ ਪੈਂਦਾ। ਜਿਹੜਾ ਕਰਮ ਅਸੀਂ ਬੀਜ ਲਿਆ ਉਹ ਫਿਰ ਉਹਦਾ ਫਲ ਚੰਗਾ ਭਾਵੇਂ ਮਾੜਾ ਹੈ। ਤੇ ਇਉਂ ਕਹਿੰਦੇ ਨੇ, ਕਹਿੰਦੇ ਜਿਵੇਂ ਮਛਲੀ ਫਿਰ ਆਪਣੇ ਕੀਤੇ ਕਾਰਨ ਕਰਕੇ ਪਕੜੀ ਗਈ ਤੇ ਉਹਦਾ ਕਾਲ ਮੌਤ ਸਿਰੋਂ ਨਹੀਂ ਟਲਦਾ। ਇਉਂ ਹੁਣ ਸਮਝਾਉਂਦੇ ਅੱਗੇ, ਕਹਿੰਦੇ ਭਾਈ ਰੇ ਇਉਂ ਸਿਰ ਜਾਣੋ ਕਾਲ। ਹੇ ਭਾਈ ਜਨੋ, ਇਉਂ ਇਸ ਤਰੀਕੇ ਆਪਣੇ ਆਪੇ ਤੇ ਲਾਓ ਇਹ ਗੱਲ। ਕਹਿੰਦੇ ਇਉਂ ਜਿਵੇਂ ਮਛਲੀ ਆਪਣੇ ਕੀਤੇ ਕਰਮਾਂ ਕਰਕੇ ਜਾਂ ਆਪਣੇ ਇੱਕ ਗਲਤ ਫੈਸਲੇ ਦੇ ਕਰਕੇ ਮੌਤ ਦੇ ਮੂੰਹ 'ਚ ਚਲੀ ਜਾਂਦੀ ਹੈ, ਜਾਲਾਂ 'ਚ ਫਸ ਜਾਂਦੀ ਹੈ, ਜਿੰਦ ਨੂੰ ਜੰਜਾਲ ਪਾ ਕੇ ਬਹਿ ਜਾਂਦੀ, ਝੰਜਟ ਪਾ ਕੇ ਬਹਿ ਜਾਂਦੀ, ਫਿਰ ਅੰਤ ਮਰ ਜਾਂਦੀ। ਇਉਂ ਭਾਈ ਕੋਈ ਇੱਦਾਂ ਦਾ ਬੀਜ ਨਾ ਬੀਜ ਬੈਠਿਓ, ਕੋਈ ਇੱਦਾਂ ਦੇ ਗਲਤ ਫੈਸਲੇ ਨਾ ਲੈ ਬੈਠਿਓ, ਕੋਈ ਇੱਦਾਂ ਦਾ ਗਲਤ ਕੰਮ ਨਾ ਕਰ ਬੈਠਿਓ ਕਿ ਜਿਹੜਾ ਤੁਹਾਨੂੰ ਨਮੋਸ਼ੀ ਵਿੱਚ ਲੈ ਜਾਏ। ਜਿਹੜਾ ਕੀਤਾ ਕੰਮ ਬਾਅਦ ਵਿੱਚ ਪਛਤਾਇਆ ਵੀ ਕੁਝ ਨਾ ਬਣੇ। ਇੱਕ ਤਾਂ ਹੁੰਦਾ ਪਛਤਾਵਾ ਕੀਤਾ, ਕੁਝ ਕੰਮ ਐਸੇ ਹੈ ਜਿਨ੍ਹਾਂ ਦਾ ਪਛਤਾਵਾ ਕੀਤਾ ਜਾਏ ਤੇ ਉਹਨਾਂ ਦਾ ਪਾਪ ਕੱਟਿਆ ਜਾਂਦਾ, ਜਿਹਨੂੰ ਪ੍ਰਾਸ਼ਚਿਤ ਕਰਮ ਲਿਖਿਆ ਵੀ ਪ੍ਰਾਸ਼ਚਿਤ ਕਰਮ ਹੋ ਗਿਆ, ਪਛਚਾਤਾਪ। ਪਰ ਕਈ ਕੰਮ ਐਸੇ ਹੈ ਜਿਹਨਾਂ ਦਾ ਇੱਕ ਕੀ ਭਾਵੇਂ ਹਜ਼ਾਰਾਂ ਪ੍ਰਾਸ਼ਚਿਤ ਕਰਮ ਕਰ ਲਓ, ਪਛਚਾਤਾਪ ਕਰ ਲਓ, ਫਿਰ ਪਿੱਛੇ ਨਹੀਂ ਮੁੜ ਸਕਦਾ ਬੰਦਾ। ਸੁਖਮਨੀ ਸਾਹਿਬ ਵਿੱਚ ਆਖਿਆ ਮਹਾਰਾਜ ਨੇ, ਅਨੇਕ ਪੁਨਹ ਚਰਨ ਕਰਤ ਨਹੀਂ ਤਰੈ। ਪੁਨਹ ਚਰਨ ਕਹਿੰਦੇ ਆ ਪੁਨः ਆਚਰਣ ਕਰਨਾ, ਜਾਣੀ ਪ੍ਰਾਸ਼ਚਿਤ ਕਰਮ ਕਰਨੇ। ਅਨੇਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਜਪਤ ਨਿਸਤਰੈ। ਬਸ ਉੱਥੇ ਤੇ ਪ੍ਰਮਾਤਮਾ ਦਾ ਨਾਮ ਹੀ ਸਹਾਈ ਹੋ ਸਕਦਾ ਗੁਰਸਿੱਖਾ। ਨਹੀਂ ਤੇ ਜਿਹੜੇ ਕੰਮ ਤੂੰ ਕਰ ਬੈਠਾ ਹੈ, ਜਿਹੜੀਆਂ ਤੂੰ ਕਹਿ ਲਓ ਕਿ ਆਪਣੇ ਨਾਲ ਬਲਾਵਾਂ ਚਮੇੜ ਬੈਠਾ ਹੈ, ਇਹਨਾਂ ਛੁੱਟਣਾ ਥੋੜ੍ਹਾ ਹੈ ਤੇਰੇ ਤੋਂ। ਉਲਝ ਗਿਆ ਕੰਮ। ਕਹਿੰਦੇ ਭਾਈ ਰੇ ਇਉਂ ਸਿਰ ਜਾਣੋ ਕਾਲ। ਹੇ ਭਾਈ, ਹੇ ਗੁਰਸਿੱਖੋ, ਜੀ ਜੋ ਹਾਲ ਮੱਛੀ ਦਾ ਹੁੰਦਾ ਹੈ, ਮੱਛੀ ਨੂੰ ਸੋਹਣੇ ਜਾਲ ਮਣਕੜੇ ਪ੍ਰਭਾਵਿਤ ਕਰਦੇ ਹਨ, ਦੁਨੀਆ ਦੇ ਰੰਗ ਤਮਾਸ਼ੇ ਉਹਨੂੰ ਸੋਹਣੇ ਲੱਗਦੇ ਹਨ ਅਤੇ ਬੜਾ ਸੋਹਣਾ ਸਮੁੰਦਰ ਛੱਡ ਕੇ ਕੰਢਿਆਂ ਵੱਲ ਨੂੰ ਆਉਂਦੀ ਹੈ ਅਤੇ ਫਸ ਜਾਂਦੀ ਹੈ। ਹੇ ਭਾਈ ਜਨੋ, ਇਉਂ ਹੀ ਆਪਣੇ ਸਿਰ 'ਤੇ ਵੀ ਕਾਲ ਨੂੰ ਜਾਣੋ, ਜਿਵੇਂ ਉਹ ਫੜੀ ਜਾਂਦੀ ਆਪਾਂ ਨੇ ਵੀ ਫੜੀ ਜਾਣਾ। ਜਿਉਂ ਮੱਛੀ ਤਿਉਂ ਮਾਨਸਾ। ਜਿਵੇਂ ਮੱਛੀ ਹੈ ਉੱਦਾਂ ਹੀ ਬੰਦਾ ਹੈ। ਬਸ ਉਦਾਹਰਨ ਦੇ ਦਿੱਤੀ। ਜਿਵੇਂ ਮਛਲੀ ਸਮੁੰਦਰ 'ਚ ਰਹਿੰਦੀ ਰਹਿੰਦੀ ਸਮੁੰਦਰ ਤੋਂ ਬਾਹਰ ਆਉਂਦੀ, ਕੰਢਿਆਂ ਵੱਲ ਨੂੰ ਆਉਂਦੀ, ਜਾਲਾਂ ਵੱਲ ਨੂੰ ਭੱਜਦੀ, ਇਉਂ ਹੀ ਬੰਦਾ ਹੈ। ਇਸ ਦੁਨੀਆ ਦੇ ਵਿੱਚ ਗਹਿਰੇ ਤੋਂ ਗਹਿਰੇ ਜਿਵੇਂ ਮਛਲੀ ਜੇ ਗਹਿਰੀ ਤੋਂ ਗਹਿਰੀ ਸਮੁੰਦਰ 'ਚ ਰਹੇ ਤਾਂ ਫਿਰ ਉੱਥੇ ਜਾਲ ਨਹੀਂ ਪਹੁੰਚਦਾ, ਬਚਾਅ ਹੈ ਉਹਦਾ। ਇਉਂ ਹੀ ਜੇ ਕੋਈ ਮਨੁੱਖ ਇਸ ਅਕਾਲ ਪੁਰਖ ਵਾਹਿਗੁਰੂ ਦੇ ਡੂੰਘੇ ਤੋਂ ਡੂੰਘੇ ਧਿਆਨ 'ਚ ਰਹੇ, ਉਹਦੀ ਲਿਵ ਵਿੱਚ ਜੁੜਿਆ ਰਹੇ, ਤਾਂ ਫਿਰ ਮੌਤ ਦੇ ਭੈ ਤੋਂ, ਦੁੱਖਾਂ ਤੋਂ, ਤਕਲੀਫਾਂ ਤੋਂ, 84 ਦੇ ਚੱਕਰਾਂ ਤੋਂ ਬਚ ਸਕਦਾ ਹੈ। ਪਰ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਛੱਡ ਕੇ, ਉਹਦਾ ਦਰ ਛੱਡ ਕੇ ਥਾਂ ਥਾਂ ਭਟਕਦਾ ਫਿਰਦਾ ਹੈ, ਦੁਨੀਆ ਦੀਆਂ ਚੀਜ਼ਾਂ ਦੇ ਓਟ ਆਸਰੇ ਲੈਂਦਾ ਫਿਰਦਾ ਹੈ। ਅਤੇ ਜਿਉਂ ਦੁਨੀਆ ਦੀ ਗੱਲ ਇਹ ਹੈ ਕਿ ਜਦੋਂ ਕਿਸੇ ਚੀਜ਼ ਨੂੰ ਨੇੜੇ ਹੋ ਕੇ ਵੇਖਦੇ ਹਾਂ ਅਤੇ ਬਿਲਕੁਲ ਫਿੱਕੀਆਂ ਹੁੰਦੀਆਂ ਚੀਜ਼ਾਂ, ਦੇਖਣ ਨੂੰ ਰਸਦਾਰ, ਦੇਖਣ ਨੂੰ ਬੜੀਆਂ ਚੰਗੀਆਂ, ਸੁਪਨਮਈ ਦੁਨੀਆ। ਬਸ ਜਦੋਂ ਵਿੱਚ ਵੜਦੇ ਹਾਂ ਤਾਂ ਕੁਛ ਵੀ ਨਹੀਂ ਹੁੰਦਾ। ਇਹ ਤਾਂ ਇੱਦਾਂ ਹੁੰਦਾ ਹੈ ਜਿਵੇਂ ਮਦਾਰੀ ਦੇ ਸਮਾਨ ਨੂੰ ਵੇਖੀਦਾ ਨਾ, ਅੱਖਾਂ ਦੇ ਉੱਤੇ ਕਹਿ ਲਓ ਕਿ ਇੱਕ ਤਰ੍ਹਾਂ ਦਾ ਉਹ ਛਲਾਵਾ ਜਿਹਾ ਕਰ ਦਿੰਦੇ ਆ। ਇੱਕ ਪਟਾਰੀ ਜਿਹੀ ਹੁੰਦੀ, ਛੋਟੇ ਹੁੰਦੇ ਆਪਾਂ ਵੇਖਣਾ,
ਉਹ ਪਟਾਰੀ 'ਚ ਸੂਟ ਦਿਖਾਈ ਜਾਣੇ, ਉਹਨੇ ਪਟਾਰੀ 'ਚ ਮਠਿਆਈਆਂ ਦਿਖਾਈ ਜਾਣੀਆਂ, ਇੱਕ ਛੋਟੀ ਜਿਹੀ ਪਟਾਰੀ 'ਚੋਂ ਹੀ ਲਿਫਾਫੇ 'ਚੋਂ ਹੀ ਉਹਨਾਂ ਕੁੜੀ ਦੇ ਵਿਆਹ ਦਾ ਸਮਾਨ ਕੱਢ ਦੇਣਾ। ਪਰ ਜਾਣ ਲੱਗਿਆਂ ਫਿਰ ਉਹਨੂੰ ਲਿਫਾਫੇ ਜਿਹਨੂੰ ਐ ਮੋਸ ਕੇ ਐਂ ਹੱਥ ਮਾਰ ਦੇਣਾ ਵੀ ਕੁਛ ਨਹੀਂ ਇਹ 'ਚ ਹੈ। ਆਹੀ ਹਾਲਤ ਹੈ, ਜਾਣੀ ਅੰਤ ਨੂੰ ਹੱਥ ਕੁਛ ਵੀ ਨਹੀਂ ਲੱਗਦਾ। ਪਰ ਮਹਾਰਾਜ ਕਹਿੰਦੇ ਮਛਲੀ ਵਾਲੀ ਆਦਤ ਹੋਈ ਪਈ ਇਨਸਾਨ ਦੀ, ਬੰਦੇ ਦੀ। ਜਿਵੇਂ ਮਛਲੀ ਨੂੰ ਸੋਹਣੀ ਲੱਗਦੀ ਦੁਨੀਆ, ਜਾਲ ਮਣ ਕੇ ਭੱਜੀ ਆਉਂਦੀ ਵੀ ਖੌਰੇ ਉੱਥੇ ਕੀ ਪਿਆ ਹੋਏਗਾ, ਬੰਦਾ ਵੀ ਤ੍ਰਿਸ਼ਨਾ ਦਾ ਮਾਰਿਆ ਭੱਜਿਆ ਜਾਂਦਾ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪਵੈ ਅਚਿੰਤਾ ਜਾਲ। ਜਿਵੇਂ ਮੱਛੀ ਨੂੰ ਬਿਨਾਂ ਦੱਸਿਆ ਹੀ ਫਿਰ ਉੱਤੇ ਜਾਲ ਡਿੱਗ ਜਾਂਦਾ ਆ ਕੇ, ਦੱਸਦਾ ਥੋੜ੍ਹਾ। ਇਉਂ ਹੀ ਬੰਦੇ ਦੇ ਉੱਤੇ ਵੀ ਫਿਰ ਇਉਂ ਆ ਕੇ ਜਾਲ ਪੈਂਦੇ ਆ। ਪਰਮੇਸ਼ਰ ਨੂੰ ਛੱਡ ਕੇ, ਵਾਹਿਗੁਰੂ ਨੂੰ ਜਦੋਂ ਛੱਡਦਾ ਫਿਰ ਇੱਦਾਂ ਜਾਲ ਆ ਕੇ ਪੈਂਦੇ ਆ ਵਿਸ਼ਿਆਂ ਦੇ, ਵਿਕਾਰਾਂ ਦੇ, ਦੁੱਖਾਂ ਦੇ, ਤਕਲੀਫਾਂ ਦੇ, ਪਰੇਸ਼ਾਨੀਆਂ ਦੇ। ਫਿਰ ਇੱਦਾਂ ਦੇ ਜਾਲ ਪੈਂਦੇ ਆ ਕਿ ਜੀ ਤੋਂ ਫਿਰ ਛੁਟਕਾਰਾ ਨਹੀਂ ਹੁੰਦਾ। ਇੰਨਾ ਗਹਿਰਾ ਜਾਲ ਪੈ ਜਾਂਦਾ ਹੈ ਕਿ ਫਿਰ ਜਾਲ 'ਚ ਉਲਝ ਕੇ ਰਹਿ ਜਾਂਦਾ ਜੀਵ। ਰਹਾਓ ਇਉਂ ਸਮਝਾਉਂਦੇ ਅੱਗੇ, ਸਭ ਜਗ ਬਾਧੋ ਕਾਲ ਕੋ, ਬਿਨ ਗੁਰ ਕਾਲ ਅਫਾਰ। ਕਹਿੰਦੇ ਗੁਰਮੁਖੋ ਸਾਰਾ ਸੰਸਾਰ ਕਾਲ ਦਾ ਬੰਨ੍ਹਿਆ ਹੋਇਆ ਹੈ, ਮੌਤ ਦੇ, ਕਾਲ ਦੇ, ਸਮੇਂ ਦੇ ਚੱਕਰ ਵਿੱਚ ਫਸਿਆ ਹੋਇਆ, ਬੰਨ੍ਹਿਆ ਪਿਆ। ਬਿਨ ਗੁਰ, ਗੁਰੂ ਤੋਂ ਬਿਨਾਂ ਕਾਲ ਅਫਾਰ। ਕਾਲ ਆਤਮਿਕ ਮੌਤ ਹੈ ਨਾ ਜਿਹੜੀ, ਉਹ ਅਫਾਰ ਜਣੀ ਫਾੜੀ ਨਹੀਂ ਜਾਂਦੀ, ਜਣੀ ਮੋੜੀ ਨਹੀਂ ਜਾ ਸਕਦੀ। ਕੋਈ ਦਇਆਵਾਨ ਬੰਦਾ ਹੋਏ ਤੇ ਜਾਲ ਨੂੰ ਪਾੜ ਦੇ ਤੇ ਜਾਲ 'ਚੋਂ ਮੱਛੀ ਨੂੰ ਕੱਢ ਕੇ ਮੁੜ ਸਮੁੰਦਰ 'ਚ ਸੁੱਟ ਦੇ, ਵੱਖਰੀ ਗੱਲ ਹੈ। ਇਉਂ ਹੀ ਸਾਰਾ ਸੰਸਾਰ ਮਾਇਆ ਦੇ ਜਾਲ 'ਚ ਬੰਨ੍ਹਿਆ ਪਿਆ। ਇਹ ਜਾਲ ਮੌਤ ਦਾ ਜਾਲ ਹੈ, ਦੁੱਖਾਂ ਦਾ ਜਾਲ ਹੈ, ਪਰੇਸ਼ਾਨੀਆਂ ਦਾ ਜਾਲ ਹੈ। ਅਤੇ ਸਾਧ ਸੰਗਤ ਜੀ, ਜਨਮ ਮਰਨ ਦੇ ਚੱਕਰ ਹਨ 84 ਦੇ, ਬਹੁਤ ਔਖਾ ਕੰਮ ਹੈ। ਆਤਮਿਕ ਮੌਤ 'ਤੇ ਮਰ ਜਾਂਦਾ ਬੰਦੇ ਨੂੰ ਸਮਝ ਹੀ ਨਹੀਂ ਪੈਂਦੀ। ਅਗਿਆਨਤਾ ਐਸੀ ਮੱਤ 'ਤੇ ਛਾਉਂਦੀ ਕਿ ਗਾਫਲ ਹੋ ਜਾਂਦਾ। ਸਭ ਜਗ ਵਾਧੋ ਕਾਲ ਕੋ, ਬਿਨ ਗੁਰ ਕਾਲ ਅਫਾਰ। ਗੁਰੂ ਤੋਂ ਬਿਨਾਂ ਕਾਲ ਅਮੋੜ ਸਿਰ 'ਤੇ ਘੁੰਮਦਾ ਰਹਿੰਦਾ, ਮੁੜਦਾ ਨਹੀਂ। ਦੇਖੋ, ਸੱਚ ਰਤੇ ਸੇ ਉਬਰੀ, ਦੁਬਦਾ ਛੋੜ ਵਿਕਾਰ। ਇਉਂ ਜਿਹੜੇ ਇਨਸਾਨ ਸੱਚੇ ਨਾਮ ਵਿੱਚ ਰੰਗੇ ਜਾਂਦੇ ਹਨ ਗੁਰੂ ਦੀ ਬਰਕਤ ਨਾਲ, ਸੇ ਉਬਰੇ, ਉਹ ਬਚ ਜਾਂਦੇ ਆ, ਉਹ ਨਿਕਲ ਜਾਂਦੇ ਆ। ਜਿਵੇਂ ਮੱਛੀਆਂ ਜਾਲ 'ਚ ਫਸਦੀਆਂ ਤੇ ਮਰਦੀਆਂ ਨੇ ਨਾ, ਇੱਦਾਂ ਜੀਵ ਵੀ ਮਾਇਆ ਦੇ ਮੋਹ ਦੇ ਜਾਲ 'ਚ ਫਸਦੇ, ਸੋਹਣੀਆਂ ਚੀਜ਼ਾਂ ਰੰਗ ਬਰੰਗੀਆਂ ਵੇਖ ਕੇ ਉਹਦੇ ਵਿੱਚ ਮਰਨ ਲਈ ਫਸ ਜਾਂਦੇ। ਪਰ ਜਦੋਂ ਗੁਰੂ ਕਿਰਪਾ ਕਰਦਾ, ਗੁਰੂ ਰੱਖ ਲਏ, ਫਿਰ ਮਾਇਆ ਉਹਨਾਂ ਦੇ ਨੇੜੇ ਨਹੀਂ ਜਾਂਦੀ, ਉਹ ਉੱਭਰੇ ਆਉਂਦੇ, ਬਚ ਜਾਂਦੇ। ਕਬੀਰ ਜੀ ਕਹਿੰਦੇ, ਕਬੀਰ ਜੀ ਨੂੰ ਪੁੱਛਿਆ ਕਿਸੇ ਨੇ, ਕਬੀਰ ਜੀ ਮਾਇਆ ਕਿੱਦਾਂ ਦੀ? ਕਬੀਰ ਜੀ ਕਹਿੰਦੇ, ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ। ਇਹ ਤਾਂ ਬੜੀ ਚੋਰਟੀ ਹੈ, ਇਉਂ ਲੁਕ ਲੁਕ ਕੇ ਖਿੱਚਦੀ ਆ ਕੰਮ ਨੂੰ, ਕਦੇ ਉੱਧਰੋਂ ਲੁਕ ਕੇ ਮਾਰਦੀ ਛਾਲ, ਕਦੇ ਉੱਧਰੋਂ ਮਾਰਦੀ, ਕਦੇ ਉੱਧਰੋਂ। ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਕਿਹੜੇ ਪਾਸੋਂ ਆਪ ਹੋਵੇ। ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ। ਮੁਸਣਾ, ਠੱਗੀਆਂ ਮਾਰਨੀਆਂ, ਠੱਗ ਠੱਗ ਕੇ ਲੋਕਾਂ ਨੂੰ ਦੁਕਾਨ ਲਾਈ ਬੈਠੀ ਹੈ, ਠੱਗੀ ਜਾਂਦੀ ਲੋਕਾਂ ਤੋਂ, ਫਿਰ ਦਿਖਾ ਦਿੰਦੀ ਚੀਜ਼ਾਂ। ਫਿਰ ਬੰਦਾ ਉੱਧਰ ਨੂੰ ਜਾਂਦਾ। ਫਿਰ ਜਿਵੇਂ ਆ ਬੈਂਕਾਂ ਵਾਲੇ ਸਾਰੀਆਂ ਜ਼ਮੀਨਾਂ 'ਤੇ, ਰਜਿਸਟਰੀਆਂ 'ਤੇ ਅੰਗੂਠੇ ਲਵਾਈ ਜਾਂਦੇ ਆ, ਆਪਾਂ ਨੂੰ ਦਿਖਾ ਦਿਖਾ ਕੇ ਚੀਜ਼ਾਂ, ਸੋਹਣੀਆਂ ਸੋਹਣੀਆਂ ਚੀਜ਼ਾਂ, ਪੂੰਜੀਪਤੀ ਗੱਡੀਆਂ ਦਿਖਾ ਕੇ, 5 ਵਾਲੀ 50 ਦੀ ਦਿਖਾ ਕੇ ਨਿਆਣਿਆਂ ਨੂੰ
ਬਹਿਕਾਵੇ ਵਿੱਚ ਪਾ ਕੇ ਤੇ ਫਿਰ ਲੁੱਟੀ ਜਾਂਦੇ ਆ ਨਾ ਲੋਕਾਂ ਨੂੰ। ਇਉਂ ਹੀ ਮਾਇਆ ਦੀ ਖੇਡ ਹੈ। ਕਬੀਰ ਜੀ ਕਹਿੰਦੇ ਮੇਰੇ ਕੋਲ ਵੀ ਆਈ, ਇਉਂ ਨਹੀਂ ਕਿ ਮੇਰੇ ਕੋਲ ਆਈ ਨਹੀਂ, ਮੇਰੇ ਕੋਲ ਕਈ ਤਰੀਕਿਆਂ ਨਾਲ ਆਈ। ਕਬੀਰ ਆਈ ਮੁਝ ਹੈ ਪਹਿ ਅਨਕ ਕਰੇ ਕਰ ਭੇਸ। ਕਹਿੰਦੇ ਮੇਰੇ ਕੋਲ ਬੜੇ ਭੇਖ ਧਾਰ ਕੇ ਬਦਲ ਕੇ ਰੂਪ ਆਈ, ਤਰੀਕਿਆਂ ਨਾਲ ਆਈ। ਹਮ ਰਾਖੇ ਗੁਰੂ ਆਪਣੇ ਉਨ ਕੀਨੋ ਆਦੇਸ਼। ਪਰ ਮੈਨੂੰ ਮੇਰੇ ਗੁਰੂ ਨੇ ਰੱਖ ਲਿਆ। ਮੈਂ ਜਦੋਂ ਵੀ ਮੇਰੇ ਕੋਲ ਆਇਆ ਕਰੇ ਕਿਸੇ ਰੂਪ 'ਚ, ਮੈਂ ਉਦੋਂ ਹੀ ਉਹਨੂੰ ਪਹਿਚਾਣ ਜਾਇਆ ਕਰਾਂ, ਉਦੋਂ ਹੀ ਕਹਿ ਦਿਆ ਕਰਾਂ ਤੂੰ ਤਾਂ ਮਾਇਆ ਨਹੀਂ ਹੈ। ਮੈਨੂੰ ਮੇਰੇ ਗੁਰੂ ਨੇ ਕਹਿੰਦੇ ਰੱਖ ਲਿਆ। ਤੇ ਹੋਇਆ ਇਹ, ਮਾਇਆ ਨੇ ਮੱਥਾ ਟੇਕਤਾ, ਕਬੀਰ ਧੰਨ ਹੈ ਤੂੰ, ਤੂੰ ਮੈਨੂੰ ਪਹਿਚਾਣ ਲਿਆ। ਨਹੀਂ ਮੈਂ ਬਖਸ਼ਿਆ ਨਹੀਂ, ਕੋਈ ਦੇਵੀ ਦੇਵਤੇ ਵੀ ਉਲਝਾ ਕੇ ਰੱਖਦੇ। ਕਿਉਂ? ਬਾਣੀ 'ਚ ਆਖਿਆ ਮਹਾਰਾਜ ਨੇ, ਮਹਾਰਾਜ ਕਹਿੰਦੇ ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਲੈ ਕਿੱਡੇ ਕਿੱਡੇ ਦੇਵਤਿਆਂ ਦਾ ਗੱਲ ਜ਼ਿਕਰ ਕੀਤਾ। ਕਹਿੰਦੇ ਬ੍ਰਹਮਾ ਨੂੰ, ਵਿਸ਼ਨੂੰ ਜੀ ਨੂੰ, ਮਹਾਦੇਵ ਨੂੰ ਵੀ ਛਲ ਮਾਰਿਆ ਇਹਨੇ। ਲਓ ਕਰੋ ਕੀ ਕਰੋ। ਇਹ ਇੱਦਾਂ ਦਾ ਵਲੇਵਾ ਪਾਇਆ, ਦੇਖ ਸਰਸਵਤੀ ਰੂਪ ਲੁਭਾਣਾ। ਭਾਈ ਗੁਰਦਾਸ ਜੀ ਕਹਿੰਦੇ ਸਰਸਵਤੀ ਨੂੰ ਵੇਖ ਕੇ ਲੁਭਾਇਮਾਨ ਹੋ ਗਿਆ। ਕਿੱਦਾਂ ਦਾ ਉਲਝਿਆ ਕੰਮ। ਬੜੇ ਬੜੇ ਦੇਵੀ ਦੇਵਤੇ, ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਵਰਗੇ ਮਹਾਤਮਾ ਲੋਕਾਂ 'ਤੇ ਵੀ ਇਹਨੇ ਆਪਣਾ ਚਮਕਾਰਾ ਮਾਰਿਆ। ਤੇ ਜਦ ਮਾਰਦੀ ਹੈ ਨਾ, ਕੋਈ ਵਿਰਲਾ ਹੀ ਬਚਦਾ। ਜਦੋਂ ਇਹ ਡੌਰੂ ਖੜਕਾਉਂਦੀ ਹੈ ਨਾ, ਆਹਾ, ਇਹਦੇ ਡੌਰੂ ਦੀ ਆਵਾਜ਼ ਸੁਣਦਿਆਂ ਹੀ ਬੰਦਾ ਮਸਤ ਹੋ ਜਾਂਦਾ, ਮਦਮਸਤ ਹੋ ਜਾਂਦਾ। ਜਿਵੇਂ ਮਿਰਗ ਘੰਡੇ ਹੇੜੇ ਦਾ ਸ਼ਬਦ ਸੁਣਦਾ ਹੈ, ਬਚ ਜਾਂਦਾ ਹੈ, ਆਪਣਾ ਉਹਦੇ ਵਿੱਚ ਫਸ ਜਾਂਦਾ ਮਿਰਗ। ਇਉਂ ਹੀ ਮਾਇਆ ਦੇ ਬੋਲ ਇਹਦੇ ਕੰਨਾਂ 'ਚ ਪੈਂਦਿਆਂ ਹੀ, ਘੁਲਦਿਆਂ ਹੀ ਮਦਮਸਤ ਹੋ ਜਾਂਦਾ ਜੀਵ। ਬਾਣੀ 'ਚ ਆਖਿਆ ਨਕ ਟੀਕਾ ਠਨਗਨ ਬਾਡਾ ਨੂੰ। ਨਕਟੀ ਇਹ ਕੰਨ, ਨੱਕ ਕਟੀ ਜਾਣੀ ਬੇਸ਼ਰਮ। ਇਹ ਬੇਸ਼ਰਮ ਬੇਲੱਜਾ ਇਹ ਮਾਇਆ, ਕਹਿੰਦੇ ਇਹਦਾ ਠਨਗਨ, ਇਹਦਾ ਡੌਰੂ ਬੜਾ ਵੱਡਾ ਬਈ। ਨਕ ਟੀਕਾ ਠਨਗਨ ਬਾਡਾ ਨੂੰ। ਫਿਰ ਕਿਨੈ ਵਿਵੇਕੀ ਕਾਟੀ ਤੂੰ। ਪਰ ਕਿਸੇ ਵਿਵੇਕੀ ਨੇ, ਜਿਹਨੂੰ ਗੁਰੂ ਨੇ ਵਿਵੇਕ ਦੇ ਦਿੱਤਾ, ਗਿਆਨ ਦੇ ਦਿੱਤਾ, ਅਸਲ ਵਿਵੇਕਵਾਨ ਪੁਰਸ਼, ਉਹਨਾਂ ਨੇ ਇਹਨੂੰ ਕੱਟ ਦਿੱਤਾ। ਉਹ ਇਹਦੇ ਪ੍ਰਭਾਵ ਤੋਂ ਬਚ ਗਏ। ਕਹਿੰਦੇ ਆਈ ਮੇਰੇ ਕੋਲ ਵੀ, ਕਬੀਰ ਆਈ ਮੁਝ ਹੈ ਪਹਿ ਅਨਕ ਕਰੇ ਕਰ ਭੇਸ। ਹਮ ਰਾਖੇ ਗੁਰੇ ਆਪਣੇ ਉਨ ਕੀਨੋ ਆਦੇਸ਼। ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ। ਕਹੇ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੋ ਪਿਆਰੀ। ਨੱਕ ਕੰਨ ਤੋਂ ਕੱਟ ਕੇ ਉਹ ਮਰੀ ਵਗਾ ਕੇ ਕਹਿੰਦੇ ਚੱਲ ਇੱਥੋਂ ਨੱਠ ਜਾ। ਕੱਟ ਕੇ ਕੁੱਟ ਕੇ ਭਜਾਈ ਝਾੜੂ ਨਾਲ। ਫੜੀ ਸੋਟੀ ਲੈ ਕੇ ਕਬੀਰ ਜੀ ਕਹਿੰਦੇ ਜਾਨੀ ਆ ਕਿ ਭੇਜਾਂ ਤੈਨੂੰ? ਕਹਿੰਦੀ ਚੰਗਾ ਜੀ ਜਾਨੀ ਆ। ਜਿਵੇਂ ਰਾੜੇ ਵਾਲੇ ਸੰਤਾਂ ਕੋਲ ਭੇਜੀ ਸੀ ਨਾ, ਕਿਸੇ ਵਿਰੋਧੀ ਬੰਦੇ ਨੇ ਇੱਕ ਔਰਤ ਭੇਜਤੀ ਸੀ, ਬਿਸ਼ਨੀ ਸੀ ਉਹਦਾ ਨਾਂ। ਕਹਿੰਦੇ ਜਾਈ ਤੂੰ ਮਹਾਂਪੁਰਸ਼ਾਂ ਨੂੰ ਬਦਨਾਮ ਕਰਾਂਗੇ। ਉਹਨਾਂ ਕੁੱਟ ਕੇ ਭਜਾਈ। ਹੁਣ ਪੜ੍ਹਦੇ ਹੁੰਦੇ ਸੀ ਗੁੱਤ ਮੁੰਨਤੀ ਬਿਸ਼ਨੀਏ ਤੇਰੀ ਨੀ ਰਾੜੇ ਵਾਲੇ ਸੰਤਾਂ ਨੇ। ਉੱਦਾਂ ਹੀ ਉਹੀ ਹਾਲਤ। ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ। ਕਹੈ ਕਬੀਰ ਸੰਤਨ ਕੀ ਵੈਰਨ। ਸੰਤਾਂ ਦੀ ਵੈਰਨ ਹੈ ਇਹ, ਖਰਾਬ ਕਰਦੀ ਹੈ, ਬਹੁਤ ਖਰਾਬ ਕਰਦੀ। ਇੱਕ ਦਿਨ ਪੁਰਾਤਨ ਜਨਮ ਸਾਖੀ 'ਚ ਆਉਂਦੀ ਹੈ ਇੱਕ ਸਾਖੀ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਤੇ ਇੱਕ ਬੀਬੀ ਬੈਠੀ ਦੂਰ, ਕਿਤੇ ਥੋੜ੍ਹੀ ਜਿਹੀ ਦੂਰ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਉਹਨੂੰ ਨਹੀਂ ਨੇੜੇ ਆਉਣ ਦਿੰਦੇ ਤੁਸੀਂ, ਉਹ ਦੇਖੋ ਕਿਵੇਂ ਸਜੀ ਧਜੀ ਬੈਠੀ ਹੈ। ਕਹਿੰਦੇ ਉਹਨੂੰ ਦੂਰ ਹੀ ਠੀਕ ਹੈ ਮਰਦਾਨਿਆਂ, ਕੋਈ ਨਾ। ਨਹੀਂ ਮਹਾਰਾਜ, ਵਿਚਾਰੀ ਕਿੰਨੇ ਟਾਈਮ ਦੀ ਬੈਠੀ ਆ, ਉਹਨੂੰ ਵੀ ਥਾਂ ਦੇ ਦਿਓ। ਉਹ ਨਹੀਂ ਮਰਦਾਨਿਆਂ ਰਹਿਣ ਦੇ, ਉਹਨੂੰ ਦੂਰ ਹੀ ਰਹਿਣ ਦੇ ਭਾਈ। ਮਹਾਰਾਜ ਤੁਸੀਂ ਸਭ ਨੂੰ ਬਖਸ਼ਦੇ ਹੋ, ਇਹਨੂੰ ਵੀ ਆ ਜਾਣ ਦਿਓ। ਕਹਿੰਦੇ ਚੰਗਾ ਤੇਰੀ ਮਰਜ਼ੀ ਹੈ।
ਤੂੰ ਕਿਹੜਾ ਹਟਦਾ ਹੈ? ਜਾ ਲਿਆ। ਭਾਈ ਮਰਦਾਨਾ ਜੀ ਚਲੇ ਗਏ ਜਾ ਕੇ, ਹਾਂ ਬੀਬੀ ਕੀ ਗੱਲ? ਭਾਈ ਮੈਂ ਤੇ ਦਰਸ਼ਨ ਕਰਨ ਆਈ ਹਾਂ। ਫਿਰ ਚੱਲ, ਬਦਲ ਗਈ ਉੱਥੇ ਹੀ। ਜਾਣਾ ਤੇ ਮੈਂ ਹੈ ਸੀ, ਪਰ ਮੇਰੇ ਤੋਂ ਤੁਰਿਆ ਨਹੀਂ ਜਾਂਦਾ, ਲੱਤ 'ਚ ਦਰਦ ਹੈ। ਫਿਰ ਮਾਈ ਕੀ ਹੋ ਸਕਦਾ? ਭਾਈ ਤੂੰ ਦੇਖਣ ਨੂੰ ਵੀ ਹੱਟਾ ਕੱਟਾ ਬੰਦਾ ਹੈ, ਮੈਨੂੰ ਚੱਕ ਲੈ ਮੋਢਿਆਂ 'ਤੇ, ਕੰਧੇੜੇ ਚੱਕ ਲੈ, ਭਲਾ ਹੋਵੇ ਤੇਰਾ, ਚੰਗੀ ਗੱਲ ਆ। ਕਹਿੰਦਾ ਚੰਗਾ ਚੱਕ ਲੈਣਾ ਮਾਈ, ਹੋਰ ਕੀ ਹੈ ਫਿਰ, ਇਲਾਜ ਕੀ ਹੈ ਹੁਣ? ਮੈਂ ਤਾਂ ਜਿਉਂ ਭਾਈ ਮਰਦਾਨੇ ਨੇ ਕੰਧੇੜੇ 'ਤੇ ਚੁੱਕਣੀ ਚਾਹੀ, ਉਹ ਤਾਂ ਜਿਉਂ ਮਾਰੀ ਛਾਲ ਮੋਢਿਆਂ 'ਤੇ ਬਹਿ ਗਈ। ਮੋਢਿਆਂ 'ਤੇ ਬਹਿ ਕੇ ਅਤੇ ਜਿਉਂ ਲੱਗੀ ਸਿਰ 'ਤੇ ਥੱਪੜੇ ਮਾਰਨ, ਜਿਵੇਂ ਢੋਲ ਵਜਾਈਦਾ। ਮਰਦਾਨਾ ਜੀ ਦਾ ਤਾਂ ਦਿਮਾਗ ਘੁੰਮਿਆ ਅਤੇ ਮਾਰੀ ਵਗਾ ਕੇ। ਮਰਦਾਨਾ ਜੀ ਕਹਿੰਦੇ ਤੂੰ ਚੰਗੀ ਹੈ, ਉਂਗਲ ਫੜਦੀ, ਪਹੁੰਚਾ ਫੜੀ ਅਤੇ ਮੋਢਿਆਂ 'ਤੇ ਬਹਿ ਗਈ, ਸਿਰ 'ਤੇ ਸਵਾਰ ਹੋ ਗਈ ਅਤੇ ਢੋਲ ਵਜਾਉਣ ਲੱਗ ਪਈ। ਇਹ ਕੀ ਕੰਮ? ਮਾਰੀ ਅਤੇ ਭੱਜਿਆ ਮਰਦਾਨਾ, ਮਹਾਰਾਜ ਕੋਲ ਆ ਗਿਆ। ਮਹਾਰਾਜ ਬਚਾਓ। ਕਹਿੰਦੇ ਕੀ ਹੋ ਗਿਆ? ਕਹਿੰਦਾ ਜੀ ਸਿਰ 'ਤੇ ਬਹਿ ਗਈ। ਮਹਾਰਾਜ ਕਹਿੰਦੇ ਤੈਨੂੰ ਤਾਂ ਹੀ ਤਾਂ ਕਹਿੰਦਾ ਸੀ, ਉਹੀ ਹੈ ਇਹ, ਤੰਗ ਕਰਦੀ ਹੈ। ਇਹ ਲੱਗਦੀ ਤਾਂ ਮਿੱਠੀ ਹੈ, ਦੇਖਣ ਨੂੰ ਤਾਂ ਲੱਗਦੀ ਇਹ ਤਾਂ ਬੜੀ ਪਿਆਰੀ ਹੈ, ਦੰਦ ਤੇ ਇਹਦੇ ਹੈ ਨਹੀਂ, ਇਹ ਕੀ ਖਾਊ? ਮਹਾਰਾਜ ਕਹਿੰਦੇ ਬਿਨਾਂ ਦੰਦਾਂ ਤੋਂ ਹੀ ਖਾ ਜਾਂਦੀ ਹੈ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਪਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਬੰਦੇ ਦਾ ਜਨਮ ਖਰਾਬ ਕਰਕੇ ਹਟਦੀ ਹੈ। ਜਿਵੇਂ ਉਹ ਛੋਟੇ ਛੋਟੇ ਨਿਆਣੇ ਨਾ, ਛੋਟੇ ਜਿਹੇ ਆਪਣੇ ਬੱਚੇ ਹੁੰਦੇ ਘਰੇ, ਉਹਨਾਂ ਨੂੰ ਫਰੂਟੀ ਦੇ ਦਿਓ ਨਾ, ਪੈਪ ਜਾਂ ਪਾਇਆ ਹੁੰਦਾ ਅਤੇ ਖਤਮ ਹੁੰਦਾ ਜਦੋਂ, ਉਦੋਂ ਹੀ ਸੂਟਾ ਛੱਡਦੇ ਆ। ਉਹ ਆਖਰੀ ਤੁਪਕਾ ਵੀ ਨਿਚੋੜ ਕੇ ਦੇਖਦੇ ਵਿੱਚ ਰਹਿ ਤਾਂ ਨਹੀਂ ਗਈ। ਇੱਦਾਂ ਹਾਲਤ ਕਰਦੀ ਹੈ ਬੰਦੇ ਦੀ, ਐ ਨਿਚੋੜ ਕੇ ਰੱਖ ਦਿੰਦੀ ਹੈ, ਛੱਡਦੀ ਨਹੀਂ। ਫਿਰ ਡਸਟਬਿਨ 'ਚ ਸੁੱਟ ਦਿੰਦੀ, ਕਹਿੰਦੀ ਜਾ ਹੁਣ ਲੈ ਹੋ ਕੇ ਦਿਖਾ, ਤੂੰ ਹਿੱਲ ਕੇ ਦਿਖਾ। ਫਿਰ ਹਿੱਲਣ ਜੋਗਾ ਨਹੀਂ ਰਹਿੰਦਾ, ਫਿਰ ਆਪਣੀਆਂ ਗੱਲਾਂ ਸੁਣਾਉਣ ਜੋਗਾ ਰਹਿੰਦਾ। ਮੈਂ ਆਇਆ ਸੀ, ਮੈਂ ਆਇਆ ਸੀ, ਕੁਛ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇਹ ਬੜੀ ਇੱਦਾਂ ਦੀ ਹੈ, ਕਿਹਨੇ ਵਿਵੇਕੀ ਕਾਟੀ ਤੂੰ, ਕੋਈ ਗੁਰੂ ਦੀ ਕਿਰਪਾ ਨਾਲ ਇਹ ਤੋਂ ਪਾਰ ਪੈਂਦਾ। ਇਉਂ ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਭਾਈ ਸਭ ਜਗ ਵਾਧੋ ਕਾਲ ਕੋ, ਬਿਨ ਗੁਰ ਕਾਲ ਅਫਾਰ, ਸੱਚ ਰਤੇ ਸੇ ਉਬਰੇ। ਜਿਨ੍ਹਾਂ ਦੇ ਪੱਲੇ ਸੱਚ ਹੋਵੇ, ਨਾਮ ਹੋਵੇ, ਉਹ ਨਿਕਲ ਸਕਦੇ ਆ, ਤੋਂ ਬਚ ਸਕਦੇ ਆ। ਭਾਈ ਉਹਨਾਂ ਦਾ ਬਚਾਅ ਹੈ, ਨਹੀਂ ਬਚ ਹੁੰਦਾ ਕਿਤੇ। ਆਉਂਦੀ ਘੁੰਮ ਘੁੰਮ ਕੇ, ਕਦੇ ਕਿਸੇ ਤਰੀਕੇ, ਕਦੇ ਕਿਸੇ ਤਰੀਕੇ ਪਾਉਂਦੀ ਹੈ ਚੱਕਰ। ਬਾਬਾ ਰਵਿਦਾਸ ਜੀ ਕੋਲ ਆ ਗਈ ਇੱਕ ਵਾਰ, ਸਾਧੂ ਦਾ ਰੂਪ, ਸਾਧੂ ਆਇਆ ਇੱਕ, ਕਹਿੰਦਾ ਰਵਿਦਾਸ ਜੀ ਸਾਰਾ ਦਿਨ ਆ ਕੰਮ ਕਰੀ ਜਾਂਦੇ ਜੋੜਿਆਂ ਦਾ, ਆ ਲਓ ਇੱਕ ਪਾਰਸ ਲੈ ਲਓ, ਪਾਰਸ ਸੋਨਾ ਬਣਾ ਲਿਆ ਕਰੋ ਜਦੋਂ ਲੋੜ ਹੋਵੇ। ਉਹ ਕਹਿੰਦੇ ਲੈ ਜਾਓ ਭਰਾਵਾ, ਮੈਂ ਪਾਰਸ ਸੋਨਾ ਬਣਾਊਂਗਾ ਕਿ ਨਾਮ ਜਪੂੰਗਾ? ਕਹਿੰਦਾ ਨਾ ਜੀ ਆਹ ਲਓ ਇੱਥੇ ਰੱਖ ਕੇ ਚੱਲਾਂ, ਜਿੱਦਣ ਲੋੜ ਪੈਗੀ ਉਦਣ ਬਣਾ ਲਿਓ। ਦੇਖੋ ਔਫਰਾਂ ਵੀ ਆਉਂਦੀਆਂ ਨੇ, ਜਿਵੇਂ ਆਹ ਲੋਨ ਵਾਲੇ ਬੈਂਕ ਵਾਲੇ ਨਹੀਂ ਦਿੰਦੇ ਔਫਰਾਂ ਤੁਹਾਨੂੰ, ਪਹਿਲਾਂ ਤਾਂ ਹਾੜੇ ਕਢਾਉਂਦੇ ਆ ਤੁਹਾਡੇ, ਜੇ ਤੁਹਾਨੂੰ ਲੋੜ ਹੋਵੇ ਜਿੱਦਣ। ਪਰ ਜਦੋਂ ਦੇਖਦੇ ਵੀ ਇਹ ਬੰਦਾ ਤਾਂ ਲੈਂਦਾ ਹੀ ਨਹੀਂ, ਫਿਰ ਉਹਨੂੰ ਔਫਰ ਦਿੰਦੇ 1 ਲੱਖ ਦੀ, 2 ਲੱਖ ਦੀ, 3 ਲੱਖ ਦੀ, 4 ਲੱਖ ਦੀ ਔਫਰ, 5 ਦੀ, 10 ਦੀ, 15 ਦੀ। ਫਿਰ ਵਧਾਈ ਜਾਂਦੇ ਵੀ ਫਸੂ ਕਿਤੇ ਤਾਂ ਕਿ ਡਿੱਗੂ, ਕਿਤੇ ਨਾ ਕਿਤੇ ਆ ਕੇ ਕੁੰਡੀ ਪਾ ਲੈਂਦੇ ਆ। ਬਸ ਫਿਰ ਕਹਿੰਦੇ ਲੈ ਹੁਣ ਆ ਗਿਆ ਤੂੰ ਸਾਡੇ ਚੱਕਰ 'ਚ, ਲੈ ਫਿਰ। ਇੱਦਾਂ ਹੀ ਹਾਲਤ ਹੈ ਇਹਦੀ, ਇਉਂ ਘੁਮਾਉਂਦੀ ਹੈ। ਰਵਿਦਾਸ ਜੀ ਨੂੰ ਕਹਿੰਦੇ ਪਹਿਲਾਂ ਸਿੱਧਾ ਔਫਰ ਕਰਤਾ, ਕਹਿੰਦੇ ਲਓ ਜੀ ਸੋਨਾ ਬਣਾ ਲਓ। ਕਹਿੰਦੇ ਨਾ ਬਈ ਮੈਂ ਤਾਂ ਨਹੀਂ, ਮੈਨੂੰ ਲੋੜ ਨਹੀਂ, ਮੈਂ ਤਾਂ ਜੁੱਤੀਆਂ ਹੀ ਗੰਢ ਲੂੰਗਾ ਭਰਾਵਾ। ਕਹਿੰਦਾ ਨਾ ਜੀ ਜੁੱਤੀਆਂ 'ਚ ਕੀ ਪਿਆ? ਆ ਜਿਵੇਂ ਆ ਕੰਪਨੀਆਂ ਵਾਲੇ ਨਹੀਂ, ਬੜੇ ਬੰਦੇ ਦਾ ਦਿਮਾਗ ਖਰਾਬ ਕਰਦੇ। ਸਾਡਾ ਇੱਕ ਬਹੁਤ ਖਾਸ ਸਿੰਘ ਸੀ, ਇਹਨਾਂ ਨੇ ਖਰਾਬ ਕਰਤਾ। ਮੈਨੂੰ ਇੱਕ ਜਣਾ ਕਹਿੰਦਾ ਜੀ ਤੁਸੀਂ ਨਾਂ ਲੈ ਦਿੰਦੇ ਉਹਦਾ ਕੰਪਨੀ ਦਾ, ਮੈਂ ਲਵਾਂ ਨਾ, ਸਾਡਾ ਇੰਨਾ ਵਧੀਆ ਸਿੰਘ ਖਰਾਬ ਕਰਤਾ ਉਹਨਾਂ ਨੇ। ਚੰਗੀ ਭਲੀ ਬਾਣੀ ਪੜ੍ਹਦਾ ਸੀ। ਆ ਪਾਊਡਰ ਜਾਂ ਪਤਾ ਨਹੀਂ ਕਿਹੜੀ ਲਾਈਫ ਲੂਫ ਜੀ ਨਾਮ ਆ, ਹਰਬਲ ਪਤਾ ਨਹੀਂ ਕੀ ਇੱਦਾਂ ਦਾ ਕੋਈ ਨਾਮ ਆ ਉਹਦਾ ਕੰਪਨੀ ਦਾ। ਉਹਦਾ ਏਜੰਟ ਟੱਕਰ ਗਿਆ ਸਿੰਘ ਨੂੰ ਕਿਤੇ, ਉਹਨੂੰ ਤਾਂ ਉਹਦੀਆਂ ਤਾਂ ਅੱਖਾਂ ਅੱਗੇ ਇਉਂ ਘੁਮਾਇਆ, ਕਹਿੰਦੇ ਜੀ ਔਡੀ ਜੀ, ਜੈਗੁਆਰ ਜੀ, ਗੱਡੀਆਂ ਦੇ ਨਾਂ। ਮੈਂ ਤਾਂ ਉਹ ਤੋਂ ਸੁਣ ਕੇ ਮੇਰੇ ਵੀ ਪੱਕ ਗਏ ਨਾਮ। ਉਹ ਪਹਿਲਾਂ ਨਹੀਂ ਸੀ ਮੈਨੂੰ ਪਤਾ, ਰੇਂਜ ਰੋਵਰ ਜੀ, ਐਂ ਜੀ ਫਲਾ।
ਇਹ ਤਾਂ ਜੀ ਸਾਲ 'ਚ ਆਹ ਕੁਛ ਆ ਜਾਊਗਾ ਜੀ, ਆ ਜੂ ਇੱਦਾਂ ਦਾ ਉਹਦੇ ਦਿਮਾਗ 'ਚ ਵਾੜਿਆ ਕੀੜਾ, ਜਿਹੜਾ ਮੇਰੇ ਕੋਲ ਸੰਥਿਆ ਕਰਨ ਆਉਂਦਾ ਸੀ ਤੇ ਮੈਨੂੰ ਸਲਾਹਾਂ ਦੇਣ ਲੱਗ ਜਿਆ ਕਰ, ਬਾਬਾ ਜੀ ਆਟਾ ਜਿਹਾ ਘੋਲ ਕੇ ਪੀਓ ਤਾਂ ਬੜਾ ਸਰੀਰ ਠੀਕ ਰਹਿੰਦਾ। ਮੈਂ ਮੇਰਾ ਠੀਕ ਹੀ ਆ, ਪਹਿਲਾਂ ਹੀ ਮੇਰਾ ਵਜਨ ਘੱਟ ਹੈ, ਤੂੰ ਕੀ ਕਹਿੰਦਾ ਵਧਾ ਵੀ ਦਿੰਦੀ ਆ ਇਹ। ਜੇ ਬੰਦੇ ਦਾ ਸਰੀਰ ਪਤਲਾ ਹੋਵੇ ਫਿਰ ਉਹਨੂੰ ਮੋਟਾ ਕਰ ਦਿੰਦੀ ਹੈ, ਜੇ ਮੋਟਾ ਹੋਵੇ ਪਤਲਾ ਕਰ ਦਿੰਦੀ ਹੈ। ਮੈਂ ਉਹਨੂੰ ਬੜਾ ਦੇਖਿਆ ਤੇ ਬੰਦੇ ਦਾ ਦਿਮਾਗ ਖਰਾਬ ਕਰਕੇ ਰੱਖਦਾ ਮੈਂ। ਪਾਠ, ਨਿਤਨੇਮ, ਜਾਪ, ਸਹਿਜ ਪਾਠ, ਸਭ ਕੁਝ ਉਹਨੇ ਖਾ ਲਿਆ। ਇੱਥੋਂ ਤੱਕ ਇੰਨੀ ਵਪਾਰੀ ਵਿਰਤੀ ਉਹਦੀ ਬਣਾਤੀ ਬੰਦੇ ਦੀ ਕਿ ਆਪਣੇ ਮਾਂ ਨੂੰ, ਆਪਣੇ ਪਿਓ ਨੂੰ ਵੀ ਜਿਹੜੀ ਚੀਜ਼ ਦੇਣੀ ਉਹਦਾ ਹਿਸਾਬ ਲਿਖਣਾ ਵੀ ਇੰਨੇ ਪੈਸੇ ਦਿਓ। ਥੋੜ੍ਹੇ ਜਿਹੇ ਟਾਈਮ ਬਾਅਦ ਭੂਤ ਉਤਰ ਗਿਆ ਉਹਦਾ। ਮੈਂ ਕਿਹਾ ਕਿੱਥੇ ਹੈ ਤੇਰੀ ਗੱਡੀ? ਹੱਸਦਾ ਹੁੰਦਾ ਹੁਣ। ਮੈਂ ਬਾਹਰ ਖੜੀ ਹੈ ਜਿਹੜੀ ਤੂੰ ਕਹਿੰਦਾ ਸੀ। ਇੱਦਾਂ ਹੀ ਕਰਦੀ ਹੈ ਇਹ, ਮਤਲਬ ਨਾ ਮਮੋ ਠੱਗਣੀ ਹੈ। ਐ ਅੱਖਾਂ ਦੇ ਅੱਗੇ ਚਮਕਾਰਾ ਮਾਰਦੀ ਹੈ। ਇਹਦਾ ਜਦ ਚਮਕਾਰਾ ਵੱਜਦਾ ਨਾ ਤੇ ਬੰਦੇ ਨੂੰ ਅੰਨਾ ਕਰਕੇ ਰੱਖ ਦਿੰਦੀ ਹੈ। ਬੰਦਾ ਆਪਣੀ ਕਾਲਪਨਿਕ ਦੁਨੀਆ 'ਚ ਚਲਾ ਜਾਂਦਾ ਹੈ। ਪਰ ਜਿਹੜੇ ਗੁਰਮੁਖ ਹੁੰਦੇ, ਬਾਬਾ ਰਵਿਦਾਸ ਜੀ ਅੱਗੇ ਕਹਿੰਦਾ ਲਓ ਜੀ ਸੋਨਾ ਬਣਾਈ ਚੱਲੋ ਪਾਰਸ। ਉਹ ਕਹਿੰਦਾ ਨਹੀਂ ਭਰਾਵਾ, ਮੈਂ ਤਾਂ ਆਪਣਾ ਆਰ ਤੋਪੇ ਨਾਲੇ ਕੰਮ ਚਲਾਈ ਚੱਲੂਗਾ, ਰੰਬੀ ਨਾਲੇ ਕੰਮ ਚੱਲੀ ਚੱਲੂਗਾ ਮੇਰਾ, ਮੈਂ ਨਹੀਂ। ਕਹਿੰਦਾ ਨਹੀਂ ਜੀ ਨਹੀਂ, ਮੈਂ ਚੱਲਾਂ ਯਾਤਰਾ ਤੇ ਆਹ ਟੰਗਤੀ ਪਾਰਸ ਤੁਹਾਡੇ ਕੋਲ, ਆਹ ਟੰਗ ਦਿੱਤੀ ਪਾਰਸ, ਪਰ ਤੁਸੀਂ ਇਹ ਪਾਰਸ ਦੀ ਜਦੋਂ ਲੋੜ ਪਵੇ ਉਦੋਂ ਸੋਨਾ ਬਣਾ ਲਿਓ। ਸਾਲ ਭਰ ਘੁੰਮਦਾ ਰਿਹਾ ਸਾਧੂ ਉਹ। ਵਾਪਸ ਆਇਆ ਵੀ ਚਲੋ ਹੁਣ ਤਾਂ ਰਵਿਦਾਸ ਜੀ ਨੇ ਬਹੁਤ ਸੋਨਾ ਬਣਾ ਲਿਆ ਹੋਣਾ, ਹੁਣ ਤਾਂ ਮਹਿਲ ਵੀ ਸੋਨੇ ਦੇ ਬਣਾ ਲਏ ਹੋਣੇ। ਜਦੋਂ ਵਾਪਸ ਆਇਆ ਤੇ ਰਵਿਦਾਸ ਜੀ ਉਸੇ ਝੋਪੜੀ 'ਚ ਬੈਠੇ ਤੇ ਉੱਦਾਂ ਹੀ ਜੁੱਤੀਆਂ ਕੱਢੀ ਜਾਂਦੇ। ਉਹ ਆ ਕੇ ਕਹਿਣ ਲੱਗਾ ਰਵਿਦਾਸ ਜੀ ਪਾਰਸ ਕਿੱਥੇ ਹੈ? ਉਹ ਭੁੱਲ ਵੀ ਗਏ। ਕਹਿੰਦੇ ਕਿਹੜੀ ਪਾਰਸ? ਕਹਿੰਦੇ ਤੁਹਾਨੂੰ ਦੇ ਕੇ ਤਾਂ ਗਿਆ ਸੀ ਮੈਂ ਟੰਗ ਕੇ ਗਿਆ ਸੀ ਇੱਥੇ। ਕਹਿੰਦੇ ਭਾਈ ਜਿੱਥੇ ਟੰਗ ਕੇ ਗਿਆ ਸੀ ਉੱਥੇ ਹੀ ਦੇਖ ਲੈ, ਫਿਰ ਮੈਨੂੰ ਨਹੀਂ ਪਤਾ। ਜਾ ਕੇ ਦੇਖੀ ਉੱਥੇ ਹੀ ਪਈ। ਇਉਂ ਬਾਬਾ ਰਵਿਦਾਸ ਜੀ ਕਹਿਣ ਲੱਗੇ ਇਹ ਤਾਂ ਬਹੁਤ ਭੈੜੀ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਰੰਚਕ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾ ਕਰੇ ਵਿਚਾਰੇ। ਇਹ ਤਾਂ ਰੱਬੀ ਪ੍ਰੇਮ ਪੈਦਾ ਹੀ ਨਹੀਂ ਹੋਣ ਦਿੰਦੀ। ਮਾੜਾ ਜਿਹਾ ਵੀ ਕਿਤੇ ਪ੍ਰੇਮ ਪੈਦਾ ਹੋਵੇ ਉੱਥੇ ਹੀ ਹੁੰਝਾ ਮਾਰ ਦਿੰਦੀ ਹੈ ਵੀ ਕਿਤੇ ਇੱਥੋਂ ਕੰਮ ਸ਼ੁਰੂ ਨਾ ਹੋ ਜਾਏ। ਜਿੱਧਰ ਰੱਬ ਵਾਲੇ ਪਾਸੇ ਬੰਦਾ ਜਾਣਾ ਚਾਹੁੰਦਾ ਉੱਥੇ ਹੀ ਜਿੰਦਾ ਲਾ ਕੇ ਖੜਾ ਦਿੰਦੀ, ਉਹੀ ਗੇਟ ਬੰਦ ਕਰ ਦਿੰਦੀ। ਉਹਨੂੰ ਕਹਿੰਦੀ ਉਲਝਿਆ ਰਹਿ ਬਸ ਚੱਕਰ 'ਚ। ਜਿਵੇਂ ਉਹ ਚਿੜੀ ਛਿੱਕਾ ਜਾ ਖੇਡਣ ਵਾਲੇ ਖਿਡਾਰੀ ਤਕੜੇ ਹੁੰਦੇ ਨਾ, ਡਿੱਗਣੇ ਨਹੀਂ ਦਿੰਦੇ ਧਰਤੀ 'ਤੇ। ਇਹ ਇੱਦਾਂ ਦੀ ਹੈ, ਐਸੀ ਬੌਲ ਹੈ ਕਿ ਧਰਤੀ 'ਤੇ ਲੱਗਣੇ ਨਹੀਂ ਦਿੰਦੀ ਬੰਦੇ ਨੂੰ, ਤੇ ਅਸਮਾਨਾਂ 'ਚ ਉਡਾਈ ਰੱਖਦੀ ਹੈ। ਅਕਲੇ ਉਦਣ ਆਉਂਦੀ ਹੈ। ਕਹੇ ਕਬੀਰ ਤਬ ਹੀ ਨਰ ਜਾਗਾ, ਜਮ ਕਾ ਡੰਡ ਮੂੰਡ ਮੈਂ ਲਾਗਾ। ਜਦੋਂ ਜਮਦੂਤ ਆ ਕੇ ਮਾਰਦਾ ਨਾ ਸੋਟਾ ਸਿਰ 'ਚ, ਕਹਿੰਦਾ ਉੱਠ ਓਏ, ਉਦੋਂ ਅੱਖਾਂ ਖੁੱਲ੍ਹਦੀਆਂ। ਉਹ ਸਾਰਾ ਹੀ ਸਮਾਂ ਐਵੇਂ ਲੰਘਾਤਾ। ਯਾਹੂ ਜੁਗਤ ਵਿਹਾਨੇ ਕਈ ਜਨਮ, ਇਸੇ ਜੁਗਤ ਨਾਲ ਮੇਰੇ ਕਿੰਨੇ ਹੀ ਜਨਮ ਲੰਘ ਗਏ। ਨਾਨਕ ਰਾਖ ਲਿਓ ਆਪਨ ਕਰ ਕਰਮ, ਹੇ ਵਾਹਿਗੁਰੂ ਤੂੰ ਰੱਖ ਲੈ ਆਪਣੀ ਬਖਸ਼ਿਸ਼ ਕਰਕੇ। ਇਹ ਤਾਂ ਹੈ ਜੇ ਬੰਦੇ ਨੂੰ ਸਮਝ ਪਵੇ। ਮਹਾਰਾਜ ਕਹਿੰਦੇ ਇਸੇ ਤਰੀਕੇ ਸਭ ਜਗ ਵਾਧੋ ਕਾਲ ਕੋ, ਬਿਨ ਗੁਰ ਕਾਲ ਅਫਾਰ, ਸੱਚ ਰਤੇ ਸੇ ਉਬਰੇ। ਜਿਹੜੇ ਸੱਚੇ ਨਾਮ ਵਿੱਚ ਰੰਗੇ ਗਏ ਉਹਨਾਂ ਦਾ ਬਚਾਅ ਹੋ ਸਕਦਾ, ਉਹ ਬਚ ਜਾਂਦੇ ਆ। ਦੁਬਦਾ ਛੋੜ ਵਿਕਾਰ, ਉਹ ਬੰਦੇ ਫਿਰ ਦੁਬਦਾ 'ਚੋਂ ਨਿਕਲ ਜਾਂਦੇ, ਵਿਕਾਰਾਂ 'ਚੋਂ ਨਿਕਲ ਜਾਂਦੇ। ਦੁਬਦਾ ਨਹੀਂ ਹੁੰਦੀ ਉਹਨਾਂ ਦੇ ਮਨ 'ਚ ਰੱਤੀ ਮਾਤਰ ਵੀ, ਉਹ ਦੁਬਦਾ 'ਚ ਨਹੀਂ ਰਹਿੰਦੇ। ਦੁਬਦਾ ਗੁਰ ਦੁਬਦਾ ਜਾ ਕੀ ਹੈ ਮਾਰੀ, ਗੁਰੂ ਮਾਰਦਾ। ਦੁਬਦਾ ਦੂਰ ਕਰੋ ਲਿਵ ਲਾਏ। ਜਦੋਂ ਲਿਵ ਲੱਗ ਜਾਏ ਪਰਮੇਸ਼ਰ ਦੇ ਨਾਮ ਦੇ ਨਾਲ, ਉਦੋਂ ਫਿਰ ਦੁਬਦਾ ਉਹਨਾਂ ਦੀ ਦੂਰ ਹੋ ਜਾਂਦੀ ਹੈ। ਕਹਿੰਦੇ ਫਿਰ ਉਹ ਇਨਸਾਨ ਦੁਬਦਾ ਅਤੇ ਵਿਕਾਰਾਂ ਨੂੰ ਛੱਡ ਦਿੰਦੇ ਹੈ। ਇਹ ਕਹਿਣਾ ਸੌਖਾ ਹੈ, ਵਿਕਾਰ ਛੁੱਟ ਜਾਂਦੇ। ਉਹ ਇੱਕ ਸਿੰਘ ਨੂੰ ਸੰਥਿਆ ਕਰਾਉਂਦੇ ਸੀ। ਉਹ ਸੰਥਿਆ ਕਰਦੇ ਕਰਦੇ ਆਨੰਦ ਸਾਹਿਬ ਦੀ ਪੰਕਤੀ ਆ ਗਈ। ਪੜ੍ਹਦਿਆਂ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ।
ਉਹ ਦੂਜਾ ਸਿੰਘ ਕਹਿੰਦਾ ਦਸਮ ਦੁਆਰਾ ਕੀ ਹੁੰਦਾ ਹੈ? ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦਾ। ਉਹ ਇੱਕ ਵਿਦਿਆਰਥੀ ਪੜ੍ਹ ਰਹੇ ਸੀ, ਉਹਨੇ ਕਾਹਲੀ ਨਾਲ ਆਖਿਆ, ਕਹਿੰਦਾ ਆਹ ਹੁੰਦਾ ਦਸਵਾਂ ਦੁਆਰਾ ਇੱਥੇ। ਮੇਰੇ ਹਾਸਾ ਆ ਗਿਆ ਮੈਨੂੰ। ਕਹਿੰਦਾ ਕਾਹਤੇ ਹੱਸਦੇ? ਮੈਂ ਕਿਹਾ ਯਾਰ ਤੈਂ ਤਾਂ ਮਿੰਟ 'ਚ ਦਿਖਾਤਾ ਆਹ ਹੁੰਦਾ ਦਸਵਾਂ ਦੁਆਰਾ। ਜੇ ਇੱਦਾਂ ਦਿਖਾਇਆ ਜਾਂਦਾ ਹੁੰਦਾ ਫਿਰ ਤੇ ਗੱਲ ਬਣ ਗਈ ਸੀ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਅਗਲੀ ਪੰਕਤੀ ਪੜ੍ਹਨਾ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਜੇ ਕਿਤੇ ਇੰਨੀ ਸੌਖੀਆਂ ਗੱਲਾਂ ਬਾਤਾਂ ਨਾਲ ਇਹ ਚੀਜ਼ਾਂ ਸਮਝ ਆ ਜਾਂਦੀਆਂ ਹੋਣ ਫਿਰ ਤਾਂ ਸੌਖਾ ਹੀ ਹੈ ਕੰਮ। ਫਿਰ ਤਾਂ ਇੱਕ ਬੱਚਾ ਵੀ ਸੰਥਿਆ ਕਰਨ ਵਾਲਾ ਵੀ ਕਹਿ ਲਓ ਕਿ ਫੋਟੋਆਂ ਦੇਖ ਕੇ ਵੀ ਦੱਸ ਦੂਗਾ। ਉਹ ਤਰਮਾਲੇ ਵਾਲੇ ਮਹਾਂਪੁਰਸ਼ ਆਪਣਾ ਤਰਮਾਲਾ ਜੀ ਹੋਣੀ, ਉਹਨਾਂ ਨੇ ਪੂਰੇ ਦੇ ਪੂਰੇ ਮੈਪ ਬਣਾਏ ਪਏ ਸੀ। ਆਹ ਮਾਇਆ, ਆਹ ਮਾਇਆ, ਆਹ ਰਜੋ ਗੁਣੀਆਂ, ਆਹ ਤਮੋ ਗੁਣੀਆਂ, ਆਹ ਸਤੋ ਗੁਣੀਆਂ, ਇੱਥੇ ਕਾਲ ਵਸਦਾ, ਇੱਥੇ ਬੁੱਧ ਵਸਦੀ ਹੈ, ਇੱਥੇ ਮਨ ਵਸਦਾ, ਇਹਨੂੰ ਹਿਰਦਾ ਕਹਿੰਦੇ ਆ। ਸਾਰਾ ਕੁਛ ਉਹਨਾਂ ਬਣਾਇਆ ਪਿਆ। ਅਤੇ ਇੱਥੇ ਸੱਚਖੰਡ ਆ, ਇੱਥੇ ਆ। ਮੈਂ ਕਈ ਵਾਰੀ ਨਕਸ਼ਾ ਉਹ ਦੇਖਿਆ ਅਤੇ ਕਈ ਵਾਰੀ ਮਨ 'ਚ ਵਸਾਇਆ। ਮੈਂ ਕਿਹਾ ਵੀ ਵਸਾ ਕੇ ਦੇਖਾਂ ਵੀ ਛੱਡ ਜਾਂਦਾ ਕਾਲ। ਭਾਵੇਂ ਤੁਸੀਂ ਨਕਸ਼ੇ ਵੀ ਬਣਾ ਕੇ ਅੰਦਰ ਯਾਦ ਕਰ ਲਓ, ਇੱਦਾਂ ਨਕਸ਼ਿਆਂ ਨਾਲ ਨਹੀਂ ਛੁਟਕਾਰਾ ਹੁੰਦਾ। ਮਹਾਰਾਜ ਕਹਿੰਦੇ ਬਿਨ ਗੁਰ ਕਾਲ ਅਫਾਰ, ਗੁਰੂ ਤੋਂ ਬਿਨਾਂ ਨਹੀਂ ਗੱਲ ਬਣਦੀ। ਅਤੇ ਅਸਲ ਗੱਲ ਬਣਨੀ ਸੱਚ ਰੱਤੇ ਸੇ ਉਭਰੇ, ਦੁਬਦਾ ਛੋੜ ਵਿਕਾਰ। ਇਹ ਵਿਕਾਰ ਗੱਲੀ ਬਾਤੀ ਨਹੀਂ, ਸੱਚੇ ਨਾਮ ਵਿੱਚ ਰੰਗਿਆਂ ਇਹਨਾਂ ਤੋਂ ਛੁਟਕਾਰਾ ਹੋ ਸਕਦਾ। ਨਾਮ ਦਾ ਅਗਰ ਹੋਵੇ ਬੰਦੇ ਦੇ ਪੱਲੇ ਕਿਣਕਾ, ਗੱਲੀ ਨਹੀਂ। ਕੋਈ ਆਖੇ ਜੀ ਲਾਈਨਾਂ ਵਾਹ ਕੇ, ਜਾਂ ਕੋਈ ਆਖੇ ਜੀ ਥਿਊਰੀ ਸਮਝਣ ਨਾਲ, ਇੱਦਾਂ ਨਹੀਂ। ਇਹ ਪ੍ਰੈਕਟੀਕਲ ਜਦੋਂ ਬੰਦਾ ਇਸ ਕੰਮ ਵਿੱਚ ਵੜਦਾ ਤਾਂ ਫਿਰ ਬੰਦੇ ਨੂੰ ਪਤਾ ਲੱਗਦਾ। ਭਾਵੇਂ 20 ਵਾਰੀ ਬੰਦਾ ਕਹੀ ਜਾਏ ਲੈ ਤੈਰਨਾ ਕੀ ਔਖਾ ਹੈ, ਲੰਮਾ ਜਿਹਾ ਸਾਹ ਲੈ ਲਓ, ਪਾਣੀ ਦੇ ਵਿੱਚ ਵੜ ਜਾਓ, ਹੱਥ ਮਾਰੀ ਚੱਲੋ, ਪੈਰ ਮਾਰੀ ਚੱਲੋ, ਜਦੋਂ ਪਾਣੀ 'ਚ ਬਾੜੋ ਤਾਂ ਉਹਦੀ ਡੁੱਬ ਜਾਂਦਾ ਹੈ। ਕਿਉਂ ਬਈ? ਕਿਉਂਕਿ ਉਹ ਤੈਰਨਾ ਨਹੀਂ ਜਾਣਦਾ। ਉਹਨੂੰ ਪਤਾ ਤਾਂ ਜ਼ਰੂਰ ਹੈ ਹੱਥ ਮਾਰਨੇ ਆ, ਪੈਰ ਮਾਰਨੇ ਆ, ਪਰ ਜਦ ਪਾਣੀ ਆ ਕੇ ਵੱਜਦਾ, ਛੱਲਾਂ ਵੱਜਦੀਆਂ, ਉਦੋਂ ਬੁੱਧ ਕੰਮ ਕਰਨ ਨੂੰ ਹਟ ਜਾਂਦੀ, ਉੱਥੇ ਨਹੀਂ। ਇਹੀ ਹਾਲਤ ਹੈ। ਹਉ ਤਿਨ ਕਹਿ ਬਲਿਹਾਰਣੈ, ਦਰ ਸੱਚੈ ਸਚਿਆਰ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਤਾਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰੇ ਜਾਂਦਾ ਬਈ। ਜੇ ਇੰਨਾ ਸੌਖਾ ਕੰਮ ਹੋਵੇ ਅਤੇ ਫਿਰ ਗੁਰੂ ਨਾਨਕ ਦੇਵ ਜੀ ਇੰਨੀ ਸ਼ਾਬਾਸ਼ ਕਾਹਨੂੰ ਦੇਣ। ਸਤਿਗੁਰੂ ਗੁਰੂ ਨਾਨਕ ਦੇ ਉੱਤੋਂ ਕੁੱਲ ਦੁਨੀਆ ਵਾਰੇ ਜਾਂਦੀ ਹੈ, ਬਲਿਹਾਰੇ ਜਾਂਦੀ ਹੈ, ਸਿਜਦਾ ਕਰਦੀ ਹੈ, ਮੱਥੇ ਟੇਕਦੀ ਹੈ। ਪਰ ਗੁਰੂ ਨਾਨਕ ਦੇਵ ਕਹਿ ਰਹੇ ਆ ਵੀ ਹਾਂ ਤਿੰਨ ਕਹਿ ਬਲਿਹਾਰਣੈ, ਮੈਂ ਉਹਨਾਂ ਤੋਂ ਵਾਰੇ ਜਾਵਾਂ ਬਈ, ਬਲਿਹਾਰੇ ਜਾਵਾਂ। ਕਿਹਨਾਂ ਦੇ ਜੀ? ਕਹਿੰਦੇ ਦਰ ਸੱਚੈ ਸਚਿਆਰ। ਜਿਹੜੇ ਇਨਸਾਨ ਰੱਬੀ ਦਰ 'ਤੇ ਸੱਚੇ ਖੜ੍ਹੇ ਹੁੰਦੇ ਆ, ਜਿੱਦਣ ਰੱਬ ਦੇ ਦਰ 'ਤੇ ਸੱਚੇ ਪਾਏ ਜਾਣਗੇ ਉੱਥੇ ਉਹਨਾਂ ਦਾ ਲੇਖਾ ਨਿਬੜ ਜਾਏਗਾ। ਅਤੇ ਉਹ ਅਸਲ ਸੱਚੇ ਨੇ ਅਤੇ ਉਹਨਾਂ ਤੋਂ ਬਲਿਹਾਰੇ ਜਾਈਏ। ਦੁਨਿਆਵੀ ਤੌਰ 'ਤੇ ਤਾਂ ਹਰੇਕ ਹੀ ਆਪਣੇ ਆਪ ਨੂੰ ਸੱਚਾ ਬਣੀ ਫਿਰਦਾ। ਕਿਉਂ ਕਹਿੰਦੇ ਨੇ ਭਾਈ? ਇਹ ਜਾਣੋ, ਕਹਿੰਦੇ ਜਿਹੜੇ ਰੱਬ ਦੀ ਦਰਗਾਹ 'ਚ ਜਿਸ ਦਿਨ ਲੇਖਾ ਹੋਏਗਾ ਉਸ ਦਿਨ ਸੱਚਾ ਹੋਵੇ ਇਨਸਾਨ, ਕਿਸੇ ਦਾ ਬੁਰਾ ਨਾ ਕੀਤਾ ਹੋਵੇ, ਕਿਸੇ ਮਨ ਕਰਕੇ ਕਿਸੇ ਦਾ ਮਨ 'ਚ ਮੈਲ ਨਾ ਰੱਖੀ ਹੋਵੇ, ਕਦੇ ਚੋਰੀ ਨਾ ਕੀਤੀ ਹੋਵੇ, ਕਦੇ ਗੁਨਾਹ ਨਾ ਕੀਤਾ ਹੋਵੇ, ਕਿਸੇ ਗਰੀਬ ਗਰੂਬੇ ਨੂੰ ਉਹਦੀ ਕਹਿ ਲਓ ਕਿ ਹੱਕ ਨਾ ਮਾਰਿਆ ਹੋਵੇ, ਨਾਮ ਜਪਿਆ ਹੋਵੇ। ਕਈ ਸਾਰੀਆਂ ਚੀਜ਼ਾਂ ਸਚਿਆਰ ਹੋਣ ਦੇ ਲਈ ਦਇਆ, ਧਰਮ, ਸਤ, ਸੰਤੋਖ ਇਤਿਆਦਿਕ, ਵੈਰਾਗ, ਵਿਵੇਕ, ਛਟ ਸੰਪੱਤੀ, ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਕੀ ਸਮਝਾ ਰਹੇ ਸੀ? ਚਾਨੇ ਜਿਉਂ ਪੰਖੀਆਂ ਜਾਲੀ ਬੱਧਿਕ ਹਾਥ। ਪਰ ਕਹਿੰਦੇ ਛੁਟਕਾਰਾ ਹੈ ਔਖਾ। ਮਾਇਆ ਨਾ ਜਿਹੜੀ ਇਹ ਬਹੁਤ ਤਰੀਕਿਆਂ ਨਾਲ ਫਸਾਉਂਦੀ। ਜਿਵੇਂ ਹੁਣ ਉਦਾਹਰਣ ਦੇ ਰਹੇ, ਇੱਕ ਉਦਾਹਰਣ ਕਾਹਦੀ ਦੇ ਰਹੇ ਗੁਰੂ ਨਾਨਕ ਦੇਵ ਜੀ? ਉਦਾਹਰਣ ਦੇ ਰਹੇ ਇੱਕ ਜੋ ਜਾਲ ਲਾ ਕੇ ਸ਼ਿਕਾਰੀ ਪੰਛੀਆਂ ਨੂੰ ਫੜਦਾ ਹੈ। ਇੱਕ ਉਹਦੇ ਕੋਲ ਜਿਹੜੇ ਕਾਫੀ ਵੱਡੇ ਪੱਧਰ 'ਤੇ ਸ਼ਿਕਾਰ ਕਰਦੇ ਆ ਨਾ ਪੰਛੀਆਂ ਦੇ, ਉਹਨਾਂ ਦੇ ਕੋਲ ਕੁਝ ਸਿਖਾਏ ਹੋਏ ਪੰਛੀ ਹੁੰਦੇ ਆ, ਬਾਜ ਦੀ ਨਸਲ ਦੇ ਜਾਂ ਬਾਜ
ਉਹ ਬਾਜ ਜਾਂ ਸੀਚਾਨਾ ਨਾਮ ਹੈ ਉਹ ਪੰਛੀ ਦਾ, ਉਹ ਪੰਛੀ ਕੀ ਕਰਦੇ ਆ, ਉੱਡਦੇ ਆ ਤੇ ਪੰਛੀਆਂ ਨੂੰ ਡਰਾ ਕੇ ਲਿਆਉਂਦੇ ਆ ਪਿੱਛੇ ਪੈ ਕੇ, ਤੇ ਜਾਲ ਲਾਇਆ ਹੁੰਦਾ ਸ਼ਿਕਾਰੀ ਨੇ ਇੱਕ ਥਾਂ, ਉੱਥੇ ਲਿਆਉਂਦੇ ਆ ਤੇ ਲਿਆ ਕੇ ਉੱਥੇ ਜਾਲ ਦੇ ਵਿੱਚ, ਸ਼ਿਕਾਰੀ ਦੇ ਵਿੱਚ ਦੂਜੇ ਪੰਛੀਆਂ ਨੂੰ ਫਸਾਉਂਦੇ ਆ, ਉਹ ਸੀਚਾਨੇ ਜਾਂ ਬਾਜ ਨੇ ਜਿਹੜੇ, ਤੇ ਸ਼ਿਕਾਰੀ ਉਹ ਬਾਜ ਨੂੰ ਆਪਣੇ ਹੱਥ 'ਤੇ ਚੁੱਕ ਲੈਂਦਾ, ਦੂਜਿਆਂ ਨੂੰ ਫੜ ਕੇ ਮਾਰ ਲੈਂਦਾ। ਇਉਂ ਮਹਾਰਾਜ ਕਹਿੰਦੇ ਸੀਚਾਨੇ ਜਾਂ ਪੰਖੀਆਂ ਜਾਲੀ ਬੱਧਿਕ ਹਾਥ, ਇਉਂ ਹੀ ਬੱਧਿਕ ਜਿਵੇਂ ਸ਼ਿਕਾਰੀ ਦੇ ਹੱਥ 'ਚ ਜਾਲ ਹੁੰਦਾ ਹੈ ਅਤੇ ਪੰਛੀਆਂ ਨੂੰ ਫਸਾਉਣ ਦੇ ਲਈ ਉਹਦੇ ਕੋਲ ਬਾਜ ਹੁੰਦਾ ਹੈ ਡਰਾਉਣ ਦੇ ਲਈ, ਇਉਂ ਹੀ ਕਹਿੰਦੇ ਮਾਇਆ ਦਾ ਵੀ ਇਹੀ ਖੇਡ ਹੈ। ਮਾਇਆ ਨੇ ਮਮਤਾ ਦਾ ਚੋਗਾ ਪਾਇਆ ਹੋਇਆ, ਮੌਤ ਦਾ ਜਾਲ ਵਿਛਾਇਆ ਹੋਇਆ, ਆਤਮਿਕ ਮੌਤੇ ਮਾਰਦੀ ਹੈ, ਤੇ ਕਿਸੇ ਨਾ ਕਿਸੇ ਤਰੀਕੇ ਦੂਜੇ ਜੀਵਾਂ ਨੂੰ, ਲੋਕਾਂ ਨੂੰ ਭਰਮਾ ਕੇ ਲਿਆਉਂਦੀ ਹੈ, ਕਦੇ ਕਿਸੇ ਤਰੀਕੇ ਕਦੇ ਕਿਸੇ ਤਰੀਕੇ, ਭਰਮਾ ਕੇ ਭਟਕਾ ਕੇ ਉਲਝਾ ਕੇ, ਜਿਵੇਂ ਬਾਜ ਦੂਜੇ ਪੰਛੀਆਂ ਨੂੰ ਘੁਮਾ ਕੇ ਉੱਥੇ ਲਿਆਉਂਦਾ ਹੈ, ਡਰਾ ਕੇ ਉੱਧਰ ਨੂੰ ਲਿਆਉਂਦਾ ਹੈ, ਚੋਗਾ ਵੀ ਸ਼ਿਕਾਰੀ ਪਾਉਂਦਾ ਹੈ, ਉਹਦੇ ਵਿੱਚ ਫਿਰ ਕਿੰਨੇ ਸਾਰੇ ਜਾਨਵਰ ਫਸ ਜਾਂਦੇ। ਉਹ ਚੋਗਾ ਇਸ ਕਰਕੇ ਨਹੀਂ ਪਾਉਂਦਾ ਵੀ ਵਿਚਾਰੇ ਭੁੱਖੇ ਨੇ ਰੱਜ ਜਾਣ, ਉਹ ਚੋਗਾ ਸਿਰਫ ਤੋਂ ਸਿਰਫ ਉਹਨਾਂ ਨੂੰ ਫਸਾਉਣ ਲਈ ਪਾਉਂਦਾ ਹੈ। ਇਉਂ ਹੀ ਜਿਵੇਂ ਪੰਛੀਆਂ ਨੂੰ ਫਸਾਉਣ ਲਈ ਸ਼ਿਕਾਰੀ ਦੇ ਕੋਲ ਜਾਲ ਹੁੰਦਾ ਹੈ ਅਤੇ ਹੋਰ ਕਈ ਪੰਛੀ ਹੁੰਦੇ ਉਹਨਾਂ ਨੂੰ ਭਰਮਾਉਣ ਵਾਸਤੇ, ਇਉਂ ਹੀ ਜੀਵ ਨੂੰ ਵੀ ਮਾਇਆ ਭਰਮਾਉਂਦੀ ਹੈ। ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋਗੈ ਸਾਥ, ਕਹਿੰਦੇ ਗੁਰ ਰਾਖੇ ਸੇ ਉਬਰੇ, ਇਉਂ ਮਾਇਆ ਦਾ ਜਦੋਂ ਚੋਗਾ ਖਿਲਰਦਾ ਹੈ, ਲਗਭਗ ਉਸ ਚੋਗੇ ਦੇ ਵਿੱਚ ਲੋਕ ਫਸ ਜਾਂਦੇ ਆ, ਪਰ ਬਿਰਲੇ ਹੀ ਗੁਰਸਿੱਖ ਜਿਨ੍ਹਾਂ ਨੂੰ ਗੁਰੂ ਰੱਖ ਲਏ, ਜਿਹੜੇ ਉਹ ਜਾਲ 'ਚ ਮੋਹ 'ਚ ਨਾ ਫਸਣ। ਗੁਰ ਰਾਖੇ ਸੇ ਉਬਰੇ, ਉਹ ਉਬਰੇ ਜਣੀ ਬਚ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਰੱਖ ਲਏ। ਹੋਰ ਫਾਥੇ ਚੋਗਾ ਸਾਥ, ਹੋਰ ਚੋਗੇ ਦੇ ਨਾਲ ਫਸ ਜਾਂਦੇ ਆ, ਬਸ ਚੋਗਾ ਪਾਇਆ, ਦਾਣਾ ਸਿੱਟਿਆ, ਫਸ ਗਏ। ਬਚਦਾ ਕੌਣ? ਕਹਿੰਦੇ ਗੁਰੂ ਰਾਖੇ ਸੇ ਉਬਰੇ, ਜਿਨ੍ਹਾਂ ਨੂੰ ਗੁਰੂ ਰੱਖੇ। ਮੇਰਾ ਸਤਿਗੁਰ ਰਖਵਾਲਾ ਹੋਆ, ਗੁਰੂ ਰੱਖਿਆ ਕਰਦਾ। ਬਿਨ ਨਾਵੈ ਚੁਣ ਸੁੱਟੀਐ ਕੋਈ ਨਾ ਸੰਗੀ ਸਾਥ, ਨਾਮ ਤੋਂ ਬਿਨਾਂ ਚੁਣ ਚੁਣ ਕੇ ਸੁੱਟਦੀ ਹੈ ਮਾਇਆ, ਨਿਸ਼ਾਨੇ ਲਾ ਲਾ, ਚੁਣ ਚੁਣ ਕੇ। ਦੇਖੋ ਕਿੱਡੀ ਵੱਡੀ ਗੱਲ ਹੈ, ਚੁਣ ਕੇ ਕਿ ਉਹਦੇ ਉੱਤੇ ਵੀ ਹੁਣ ਇਹਨੂੰ ਮਾਰਨਾ, ਹੁਣ ਇਹਨੂੰ ਕਰਨਾ, ਹੁਣ ਇਹਨੂੰ ਫੜਨਾ, ਤਰੀਕੇ ਦੇ ਨਾਲ ਚੋਣ ਕਰਕੇ ਪੂਰਾ ਜਾਲ ਪਾ ਕੇ ਉਹਨੂੰ ਚੁਣ ਕੇ ਸੁੱਟਦੀ ਹੈ ਮਾਇਆ। ਬਿਨ ਨਾਵੈ ਚੁਣ ਸੁੱਟੀ ਹੈ, ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਸਾਧ ਸੰਗਤ। ਨਾਮ ਇਹ ਬਚਾਉਂਦਾ, ਨਾਮ ਹੈ ਜਿਹੜਾ ਮਾਇਆ ਦੀ ਨਜ਼ਰ ਵਿੱਚ ਆਉਣ ਨਹੀਂ ਦਿੰਦਾ। ਨਾਮ ਦੀ ਐਸੀ ਤਾਕਤ ਹੈ ਕਿ ਨਾਮ ਬਚਾ ਕੇ ਰੱਖਦਾ ਤੇ ਜਾਲਾਂ ਤੋਂ। ਜੇ ਨਾਮ ਹੈ ਨਹੀਂ ਤੇ ਬਸ ਫਿਰ ਛੁਟਕਾਰਾ ਨਹੀਂ ਹੈ ਭਾਈ। ਬਿਨ ਨਾਵੈ ਚੁਣ ਸੁੱਟੀ ਹੈ ਕੋਈ ਨਾ ਸੰਗੀ ਸਾਥ, ਕਹਿੰਦੇ ਉੱਥੇ ਫਿਰ ਮਾਇਆ ਦੇ ਰਾਹ 'ਤੇ ਕੋਈ ਸੰਗੀ ਸਾਥੀ ਜੀਵ ਦਾ ਹੁੰਦਾ ਨਹੀਂ। ਉੱਥੇ ਸੁੱਟਦੀ ਹੈ ਜਿੱਥੇ ਕੋਈ ਬਾਂਹ ਵੀ ਫੜਨ ਵਾਲਾ ਨਹੀਂ ਹੁੰਦਾ, ਜਿੱਥੇ ਭੈਣ ਭਾਈ ਮਾਂ ਬਾਪ ਕੋਈ ਸਾਕ ਸੰਬੰਧੀ ਰਿਸ਼ਤੇਦਾਰ ਕੋਈ ਵੀ ਸਾਥ ਨਹੀਂ ਨਾ ਬੰਦੇ ਦਾ ਨਿਭਾ ਸਕਦਾ, ਉਹੇ ਜਿਹੇ ਪਾਸੇ ਬੰਦੇ ਨੂੰ ਫਸਾ ਦਿੰਦੀ ਹੈ। ਫਿਰ ਰੋਣਾ ਹੀ ਰਹਿੰਦਾ ਪੱਲੇ ਵੀ, ਉਹ ਮੇਰੇ ਤੋਂ ਗਲਤੀਆਂ ਹੋ ਗਈਆਂ, ਮੇਰੇ ਤੋਂ ਭੁੱਲਾਂ ਹੋ ਗਈਆਂ, ਮੈਂ ਇਹ ਰਾਹ ਕਿਉਂ ਚੁਣ ਲਿਆ, ਮੈਂ ਚੋਰੀ ਕਿਉਂ ਕੀਤੀ, ਮੈਂ ਇਹ ਕੰਮ ਕਿਉਂ ਕੀਤਾ। ਫਿਰ ਨੁਕਸਾਨ ਹੁੰਦਾ, ਪਛਤਾਉਂਦਾ। ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ, ਕਹਿੰਦੇ ਅਸਲ ਸੱਚੋ ਸੱਚਾ ਜੇ ਤਾਂ ਹੈ ਉਹ ਵਾਹਿਗੁਰੂ ਹੈ, ਅਤੇ ਉਹਨੂੰ ਇਹ ਸੱਚੋ ਸੱਚ ਆਖਣਾ ਚਾਹੀਦਾ। ਅਤੇ ਉਹ ਸੱਚੇ ਵਾਹਿਗੁਰੂ ਦਾ ਥਾਨ ਜਾਣੀ ਸਤਸੰਗਤ ਵੀ ਸੱਚੀ ਹੈ। ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ, ਜਿਨ੍ਹਾਂ ਨੇ ਸੱਚੇ ਨੂੰ ਮੰਨ ਲਿਆ ਵੀ ਹੈ, ਉਹਨਾਂ ਦੇ ਮਨ 'ਚ ਸੱਚੇ ਵਾਹਿਗੁਰੂ ਦਾ ਧਿਆਨ ਹੁੰਦਾ ਹੈ। ਅਤੇ ਜਿਹੜੇ ਮੰਨਦੇ ਹੀ ਨਹੀਂ ਪ੍ਰਭੂ ਨੂੰ, ਜਿਹੜੇ ਉਸ ਸੱਚ ਦੀ ਹੋਂਦ ਹਸਤੀ ਤੋਂ ਹੀ ਇਨਕਾਰੀ ਹੈ, ਉਹਨਾਂ ਨੂੰ ਸਤਸੰਗਤ ਦਾ ਵੀ ਕੀ ਲਾਭ, ਅਤੇ ਉਹ ਸੱਚੇ ਪਰਮੇਸ਼ਵਰ ਦਾ ਧਿਆਨ ਵੀ ਨਹੀਂ ਧਰ ਸਕਦੇ।
ਉਹ ਤੇ ਫਿਰ ਉਲਝ ਜਾਂਦੇ ਆ। ਮਹਾਰਾਜ ਕਹਿੰਦੇ ਮਨ ਮੁਖ ਸੂਚੇ ਜਾਣੀਆਂ। ਮਨ ਮੁਖ ਦੋਵੇਂ ਵੱਖੋ ਵੱਖਰੇ ਪਾਠ ਹੈ। ਜੇ ਇਕੱਠਾ ਕਰ ਦਾਂਗੇ ਫਿਰ ਮਨਮੁਖ ਸੂਚੇ ਜਾਣੀਆਂ ਬਣ ਜਾਏਗਾ, ਪਰ ਮਨਮੁਖ ਤੇ ਕਦੇ ਸੁੱਚੇ ਨਹੀਂ ਹੁੰਦੇ। ਅਸਲ ਹੈ ਮਨ ਵਿਸ਼ਰਾਮ, ਫਿਰ ਮੁਖ ਸੂਚੇ ਜਾਣੀਆਂ। ਉਹਨਾਂ ਗੁਰਮੁਖਾਂ ਦੇ ਮਨ ਵੀ ਤੇ ਮੂੰਹ ਵੀ ਸੁੱਚੇ ਹੁੰਦੇ ਆ। ਉਹ ਮੂੰਹੋਂ ਵੀ ਸੁੱਚੇ ਤੇ ਮਨੋਂ ਵੀ ਸੁੱਚੇ। ਆਮ ਤੌਰ ਤੇ ਲੋਕੀ ਮੂੰਹੋਂ ਤਾਂ ਸੁੱਚੇ ਹੁੰਦੇ ਆ ਬਹੁਤ ਜ਼ਿਆਦਾ, ਪਰ ਮਨੋਂ ਸੱਚੇ ਨਹੀਂ ਹੁੰਦੇ। ਮਨ ਦੀ ਜਿਹੜੀ ਮੈਲ ਹੈ ਉਹ ਛੱਡਣੀ ਔਖੀ ਹੈ, ਇਹ ਨਹੀਂ ਮਿਟਦੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਬਥੇਰੇ ਯਤਨ ਕੀਤੇ, ਮਨ ਵਾਲਾ ਨਹੀਂ ਮਿਟਦਾ। ਹੱਥ ਤੇ ਜੁੜੀ ਜਾਂਦੇ ਆ, ਸਿਰ ਤੇ ਝੁਕੀ ਜਾਂਦਾ ਹੈ, ਮੂੰਹੋਂ ਤਾਂ ਕਹੀ ਜਾਂਦਾ ਹੈ ਮੈਂ ਤਾਂ ਤੁਹਾਡੇ ਚਰਨਾਂ ਦੀ ਖਾਕ ਹਾਂ ਜੀ, ਪਰ ਮਨ ਹੈ ਜਿਹੜਾ ਉਹ ਨਹੀਂ ਮੰਨ ਕੇ ਰਾਜੀ। ਮਸਕੀਨ ਜੀ ਕਹਿੰਦੇ ਦਿੱਲੀ 'ਚ ਇੱਕ ਬੰਦਾ ਮੈਨੂੰ ਮਿਲਿਆ ਕਰੇ ਤੇ ਜਦੋਂ ਵੀ ਫਤਿਹ ਬੁਲਾਉਣੀ, ਭਾਈ ਸਾਹਿਬ ਕੀ ਹਾਲ, ਅੱਗੋਂ ਕਹਿਣਾ ਜੀ ਤੁਹਾਡੀ ਚਰਨ ਧੂੜ ਆ। ਮਸਕੀਨ ਜੀ ਦੀ ਕਥਾ 'ਚ ਸੁਣਦਾ ਸੀ ਮੈਂ। ਕਹਿੰਦੇ ਬੜੀਆਂ ਗੱਲਾਂ ਮਾਰਿਆ ਕਰੇ, ਤੇ ਜਦੋਂ ਵੀ ਅੱਗੋਂ ਕੋਈ ਗੱਲ ਉਹਨੂੰ ਕਹਿਣੀ ਵੀ ਭਾਈ ਸਾਹਿਬ ਤੁਸੀਂ ਬੜੀ ਨਿਮਰਤਾ ਨਾਲ ਗੱਲ ਕਰਦੇ ਹੋ, ਉਹਨੇ ਕਹਿਣਾ ਜੀ ਤੁਹਾਡੀ ਚਰਨ ਧੂੜ ਆ। ਕਹਿੰਦੇ ਮੈਂ ਸੋਚਿਆ ਇੱਕ ਦਿਨ ਵੀ ਦੇਖਾਂ ਹੈਗਾ ਵੀ ਆ। ਕਹਿੰਦੇ ਜਦੋਂ ਉਹਨੇ ਕਿਹਾ ਮੈਂ ਤੁਹਾਡੀ ਚਰਨ ਧੂੜਾਂ, ਕਹਿੰਦੇ ਮੈਂ ਅੱਗੋਂ ਕਹਿਤਾ ਵੀ ਹਾਂ ਹੈਗਾ ਤਾਂ ਤੂੰ ਚਰਨ ਧੂੜਿਆ ਸੱਚੀ। ਕਹਿੰਦੇ ਉਹਦਾ ਰੰਗ ਬਦਲ ਗਿਆ ਤੇ ਮੁੜ ਕੇ ਬੋਲਿਆ ਨਹੀਂ ਮੇਰੇ ਨਾਲ, ਮੈਨੂੰ ਚਰਨ ਧੂੜ ਕਹਿ ਦਿੱਤੀ ਵੀ ਹੈਗਾ ਤਾਂ ਤੂੰ ਚਰਨ ਧੂੜਿਆ ਸੱਚੀ, ਖਾ ਕੇ ਤੂੰ ਇਦੋਂ ਵੱਧ ਕੁਛ ਨਹੀਂ। ਇੰਨੀ ਗੱਲ ਜਦੋਂ ਕਹੀ, ਕਹਿੰਦੇ ਮੁੜ ਕੇ ਬੋਲਿਆ ਨਹੀਂ ਉਹ ਬੰਦਾ। ਕਈ ਵਾਰ ਅਸੀਂ ਗੱਲੀ ਬਾਤੀ ਉੱਤੋਂ ਕਹਿ ਦਿੰਦੇ ਹਾਂ। ਇਹ ਤਾਂ ਲੀਡਰ ਵੀ ਕਹਿੰਦੇ ਹੁੰਦੇ ਆ ਤੁਹਾਨੂੰ ਵੋਟਾਂ ਵੇਲੇ, ਕਿੰਨਾ ਝੁਕ ਗੋਡੀ ਹੱਥ ਲਾਉਂਦੇ ਆ, ਕੀ ਕੁਛ ਨਹੀਂ ਕਹਿੰਦੇ ਵੀ ਤੁਹਾਡੇ ਆ ਜੀ, ਬਸ ਤੁਹਾਡਾ ਆਪਣਾ, ਤੁਹਾਡੇ ਆਪਣੇ ਇਲਾਕੇ ਦਾ ਪਤਾ ਨਹੀਂ ਕੀ ਕੁਛ ਕਹਿਣਗੇ। ਪਰ ਜਦੋਂ ਥੋੜ੍ਹੀ ਜਿਹੀ ਕੋਈ ਵੋਟਾਂ ਲੰਘ ਜਾਣ ਤੇ ਮੁੜ ਕੇ ਉਹਨਾਂ ਨੂੰ ਮਿਲਣ ਲਈ ਵੀ ਤੁਹਾਨੂੰ ਧਰਨੇ ਦੇਣੇ ਪੈਂਦੇ ਆ, ਗੱਲ ਵੀ ਨਹੀਂ ਕਰਕੇ ਰਾਜੀ। ਕੀ ਕੁਛ ਹੈ ਇਹ ਜ਼ੁਬਾਨੀ ਕਲਾਮੀ ਤੇ ਕਹਿਣਾ ਸੌਖਾ ਹੈ, ਗੱਲ ਮਨ ਦੀ ਹੈ। ਅਗਰ ਮਨ ਦਾ ਮਾਨ ਮਿਟ ਜਾਏ ਤੇ ਫਿਰ ਸਾਧੂ ਹੁੰਦਾ ਉਹ ਬੰਦਾ। ਮਹਾਰਾਜ ਕਹਿੰਦੇ ਇਉਂ ਹੀ ਜਾਣੋ ਭਾਈ, ਮਨ ਮੁਖ ਸੂਚੇ ਜਾਣੀਆਂ। ਗੁਰਮੁਖ ਜਿਨ੍ਹਾਂ ਗਿਆਨ, ਜਿਨ੍ਹਾਂ ਗੁਰਮੁਖਾਂ ਨੂੰ ਗਿਆਨ ਆ ਜਾਏ ਨਾ ਗੁਰੂ ਦੀ ਸਿੱਖਿਆ ਲੈ ਕੇ, ਉਹਨਾਂ ਦੇ ਮਨ ਵੀ ਸੁੱਚੇ, ਉਹਨਾਂ ਦੇ ਮੂੰਹ ਵੀ ਸੁੱਚੇ ਹੁੰਦੇ ਆ। ਦੋਵੇਂ ਚੀਜ਼ਾਂ ਰੱਖੀਆਂ। ਉਹਨਾਂ ਨੂੰ ਵੀ ਆਖਿਆ ਵੀ ਗੱਲਾਂ ਮੁੱਖੋਂ ਕਹੀ ਜਾਂਦੇ, ਮਨ ਨਹੀਂ ਸੱਚਾ, ਹੈ ਨਾ, ਮਨ ਵੀ ਸੱਚਾ ਕਰੋ। ਉਹਨਾਂ ਨੂੰ ਵੀ ਆਖਿਆ ਇਕੱਲੇ ਮਨ ਦੀਆਂ ਹੀ ਗੱਲਾਂ ਕਰੀ ਜਾਂਦੇ, ਮੂੰਹ ਵੀ ਸੁੱਚਾ ਰੱਖੋ ਥੋੜ੍ਹਾ ਜਿਹਾ। ਕਈ ਬੰਦੇ ਬੜੇ ਇੱਦਾਂ ਗਪੌੜੀ ਜੀ ਕਿਸਮ ਦੇ ਟੱਕਰ ਜਾਣਗੇ। ਮਨ ਸੱਚਾ ਹੋਣਾ ਚਾਹੀਦਾ ਜੀ, ਮੂੰਹੋਂ ਜੋ ਮਰਜ਼ੀ ਕਹੀ ਚੱਲੀਏ ਬਸ ਉੱਤੋਂ। ਇਹ ਨਹੀਂ, ਗੁਰਮਤ ਨਹੀਂ ਹੈ ਇਹ। ਅਖੇ ਜੀ ਮਨ 'ਚ ਸਿੱਖੀ ਹੋਣੀ ਚਾਹੀਦੀ ਹੈ, ਮਨ 'ਚ ਹੋਣੀ ਚਾਹੀਦੀ। ਬਾਹਰ ਕੀ ਹੈ, ਐਸੀ ਗੱਲ ਨਹੀਂ ਹੈ। ਗੁਰੂ ਨੇ ਤੇਰੇ ਜੋ ਮਨ 'ਚ ਉਹ ਬਾਹਰ ਪ੍ਰਗਟ ਹੁੰਦਾ। ਜੋ ਪਾਵੈ ਭਾਂਡੇ ਵਿੱਚ ਵਸਤ ਸਾਰ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਜੋ ਤੇਰੇ ਭਾਂਡੇ 'ਚ ਹੈ ਨਾ ਉਹ ਤੇਰੇ ਬਾਹਰ ਨਿਕਲੂ। ਭਾਂਡੇ 'ਚ ਦੁੱਧ ਹੈ ਤੇ ਦੁੱਧ ਨਿਕਲੂ ਇਹ 'ਚੋਂ, ਭਾਂਡੇ 'ਚ ਪਾਣੀ ਹੈ ਤੇ ਪਾਣੀ ਨਿਕਲੂ। ਜੋ ਭਾਂਡੇ 'ਚ ਉਹ ਬਾਹਰ ਨਿਕਲੂ। ਬਾਣੀ 'ਚ ਕਹਿ ਦਿੱਤਾ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਜੋ ਤੇਰੇ ਜੀ 'ਚ ਹੋਏਗਾ ਉਹ ਨਿਕਲ ਜਾਏਗਾ ਬਾਹਰ। ਮੂੰਹੋਂ ਕਹੀ ਹੋਈ ਗੱਲ ਲੰਮਾ ਸਮਾਂ ਨਹੀਂ ਇਕੱਲੀ ਸਾਥ ਦਿੰਦੀ। ਹੋਈ ਕਦੇ ਕਦਾਈ ਇੱਕ ਵੱਖਰਾ ਹੁੰਦਾ, ਇੱਕ ਜੋ ਅੰਦਰ ਹੋਵੇ ਲੰਮਾ ਸਮਾਂ ਧੋਖਾ ਨਹੀਂ ਦਿੱਤਾ ਜਾ ਸਕਦਾ। ਆਖਰ ਉਗੜ ਗਿਆ ਜੈਸੇ ਖੋਟਾ ਟਬੂਆ, ਜਾਂ ਨਦਰ ਸਰਾਫਾਂ ਆਇਆ। ਜੋ ਬੀਜੇਗਾ ਧਰਤੀ 'ਚ ਬੀਜ ਬੀਜਤਾ। ਕੀ ਬੀਜਿਆ? ਕਹਿੰਦਾ ਜੀ ਚਣੇ ਬੀਜ ਤੇ, ਕੋਈ ਨਾ ਸੁਹਾਗਾ ਮਾਰ ਤਾਂ ਠੀਕ ਹੈ, ਥੋੜ੍ਹੇ ਜਿਹੇ ਦਿਨਾਂ ਬਾਅਦ ਨਿਕਲਿਆ ਆ ਉਹਦੇ ਵਿੱਚੋਂ, ਤੇ ਉਹ ਇਹ ਤਾਂ ਬੱਲੀਆਂ ਕਣਕ ਬੀਜੀ ਸੀ, ਪਤਾ ਲੱਗਦਾ ਨਾ। ਇੱਦਾਂ ਹੀ ਜੋ ਅਸੀਂ ਅੰਦਰੋਂ ਹੁੰਦੇ ਹਾਂ ਉਹੀ ਬਾਹਰੋਂ ਪ੍ਰਗਟ ਹੁੰਦੇ। ਧੋਖਾ ਕਿਹਨੂੰ ਦਿੰਦੇ ਇਹ ਗੱਲਾਂ ਕਹਿ ਕੇ ਜੀ ਮਨ 'ਚ ਸਿੱਖੀ ਹੈ ਸਾਡੇ, ਬਾਹਰ ਫੇਰ ਕੀ ਹੈ। ਇੱਦਾਂ ਨਹੀਂ ਹੋ ਸਕਦਾ। ਜਿੱਦਣ ਮਨ 'ਚ ਆ ਗਈ ਉਦਣ ਤੇ ਤੂੰ ਇੱਕ ਵੀ ਕੇਸ ਤੇਰਾ ਥੱਲੇ ਡਿੱਗਿਆ ਤੂੰ ਚੁੱਕ ਕੇ ਜੇਬ 'ਚ ਪਾਏਗਾ ਵੀ ਗੁਰੂ ਦਾ ਕੇਸ ਹੈ, ਮੇਰਾ ਥੋੜ੍ਹਾ ਇਹ। ਤੁਸੀਂ ਆਪਣੇ ਨਾ ਸਮਝੋ ਕੇਸਾਂ ਨੂੰ।
ਕੇਸ ਗੁਰੂ ਦੀ ਮੋਹਰ ਹੈ, ਤੁਹਾਨੂੰ ਸੇਵਾ ਲਈ ਦਿੱਤੇ ਹੋਏ ਆ ਇਹ। ਦੋਵੇਂ ਟਾਈਮ ਕੰਘਾ ਮਾਰਨਾ ਜਿਹੜਾ ਤੁਸੀਂ, ਇਹ ਗੁਰੂ ਦੇ ਕੇਸਾਂ ਨੂੰ ਸਾਫ਼ ਕਰਦੇ, ਤੁਸੀਂ ਆਪਣੇ ਥੋੜ੍ਹਾ। ਤੁਹਾਡੇ ਮਹਾਤਮਾ ਮਹਾਂਪੁਰਸ਼ ਮੈਂ ਗੁਰਸਿੱਖ ਦੇਖਿਆ, ਉਹ ਕੇਸ ਜਦ ਵਾਹੁੰਦੇ ਆ ਇੱਦਾਂ ਥੱਲੇ ਚਿੱਟਾ ਕੱਪੜਾ ਰੱਖ ਲੈਂਦੇ ਆ, ਇੱਦਾਂ ਥੱਲੇ ਕੇਸ ਵਾਹੁੰਦੇ ਤਾਂ ਕਿ ਚਿੱਟੇ ਕੱਪੜੇ 'ਤੇ ਕੇਸ ਚਮਕਦੇ ਆ, ਫਿਰ ਸਾਰਿਆਂ ਨੂੰ ਇਕੱਠੇ ਕਰ ਲੈਂਦੇ, ਇੱਕ ਵੀ ਕੇਸ ਨਹੀਂ ਟੁੱਟ ਕੇ ਡਿੱਗਣ ਦਿੰਦੇ ਥੱਲੇ, ਫਿਰ ਉਹਨੂੰ ਘਰੇ ਰੱਖਦੇ ਸਾਂਭ ਕੇ। ਅਤੇ ਇੱਕ ਮਹਾਤਮਾ ਤਾਂ ਐਸਾ ਵੀ ਕਹਿੰਦੇ ਸਨ, ਕਹਿੰਦੇ ਭਾਈ ਇਹਨਾਂ ਕੇਸਾਂ 'ਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੋਣਾ ਦਾ ਖੂਨ ਲੱਗਿਆ ਹੋਇਆ। ਜਦੋਂ ਇਹਨਾਂ ਦੀ ਬੇਅਦਬੀ ਕਰਦੇ ਹਾਂ, ਗਲੀਆਂ ਨਾਲੀਆਂ 'ਚ ਸੁੱਟਦੇ ਹਾਂ, ਅਸੀਂ ਇਹਨਾਂ ਇਕੱਲੇ ਕੇਸਾਂ ਦੀ ਨਹੀਂ, ਅਸੀਂ ਗੁਰੂ ਕੇ ਸਾਹਿਬਜ਼ਾਦਿਆਂ ਦੀ ਬੇਅਦਬੀ ਕਰਦੇ ਹਾਂ। ਉਹਨਾਂ ਨੇ ਇਹਨਾਂ ਕੇਸਾਂ ਨੂੰ, ਇਹਨਾਂ ਕਕਾਰਾਂ ਨੂੰ ਸਾਬਤ ਸੂਰਤ ਰਹਿਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਉਂ ਗੁਰਸਿੱਖੋ, ਮਨ ਅਤੇ ਮੁਖ, ਅੰਦਰੋਂ ਅਤੇ ਬਾਹਰੋਂ ਜਿਉਂ ਨਿਰਮਲ, ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਰਸ ਨਾ ਰਸ ਸਮਾਣੀ। ਜਿਉਂ ਵੀ ਅੰਦਰੋਂ ਵੀ ਅਤੇ ਬਾਹਰੋਂ ਵੀ ਦੋਵੇਂ ਪਾਸਿਆਂ ਤੋਂ ਨਿਰਮਲ ਹੋਣਾ ਚਾਹੀਦਾ, ਦੋਵੇਂ ਪਾਸੋਂ। ਕਹਿੰਦੇ ਮਨ ਮੁਖ ਸੁੱਚੇ ਜਾਣੀਏ ਹੈ, ਮਨ ਵੀ ਅਤੇ ਮੁਖ ਵੀ ਉਹਨਾਂ ਦੇ ਸੁੱਚੇ ਹਨ। ਗੁਰਮੁਖ ਜਿਨ੍ਹਾਂ ਗਿਆਨ, ਜਿਨ੍ਹਾਂ ਗੁਰਮੁਖਾਂ ਨੂੰ ਭਾਈ ਗਿਆਨ ਹੁੰਦਾ ਸੱਚਾਈ ਦਾ, ਅਸਲੀਅਤ ਦਾ, ਉਹ ਜਿਉਂ ਅਤੇ ਬਾਹਰੋਂ ਦੋਵੇਂ ਪਾਸਿਆਂ ਤੋਂ ਨਿਰਮਲ ਹੁੰਦੇ ਹਨ। ਸਤਿਗੁਰ ਅੱਗੇ ਅਰਦਾਸ ਕਰ, ਸਾਜਨ ਦੇ ਮਿਲਾਏ। ਗੁਰੂ ਅੱਗੇ ਅਰਦਾਸ ਕਰਿਆ ਕਰੋ, ਸਤਿਗੁਰੂ ਮੈਨੂੰ ਵੀ ਸੱਚੇ ਸੱਜਣ ਸਾਹਿਬ ਨਾਲ ਮਿਲਾ ਦਿਓ, ਜਾਂ ਐਸੇ ਸੱਜਣ ਗੁਰਸਿੱਖ ਮਿਲਾ ਦਿਓ ਜਿਹੜੇ ਤੁਹਾਡੀਆਂ ਹੀ ਗੱਲਾਂ ਕਰਨ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਹਉ ਢੁਢੇਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕਈ। ਹੈ ਤਾਂ ਵਿਰਲੇ, ਪਰ ਮਿਲਾ ਦਿਓ। ਸਾਜਨ ਮਿਲਿਆ ਸੁਖ ਪਾਇਆ, ਜਮਦੂਤ ਮੂਹੇ ਵਿਖ ਖਾਏ। ਜਦੋਂ ਸੱਜਣ ਮਿਲਦੇ ਹਨ ਤੇ ਸੁਖ ਮਿਲਦਾ ਆਤਮਿਕ। ਜਮਦੂਤ ਹੈ ਨਾ ਜਿਹੜੇ, ਉਹ ਫਿਰ ਮਰ ਜਾਂਦੇ ਆ ਬਿਖ ਖਾ ਕੇ, ਜ਼ਹਿਰ ਖਾ ਕੇ। ਜਾਣੀ ਜਮਦੂਤ ਨੇੜੇ ਨਹੀਂ ਆਉਂਦੇ ਜਦੋਂ ਸੱਜਣ ਸੱਚਾ ਪਾਤਸ਼ਾਹ ਮਿਲ ਜਾਂਦਾ ਹੈ। ਨਾਵੈ ਅੰਦਰ ਹਉ ਵਸਾਂ, ਨਾਉ ਵਸੈ ਮਨ ਆਏ। ਕਹਿੰਦੇ ਨਾਮ 'ਚ ਮੈਂ ਵਸਦਾ ਅਤੇ ਨਾਮ ਮੇਰੇ ਅੰਦਰ ਵਸਦਾ। ਦੇਖੋ ਓਤ ਪੋਤ ਇਹਨੂੰ ਕਹਿੰਦੇ ਆ, ਅੰਦਰ ਬਾਹਰ। ਜਿਵੇਂ ਤਾਣਾ ਪੇਟਾ ਹੁੰਦਾ ਨਾ, ਓਤ ਪੋਤ ਜਿਉਂ ਤਾਣਾ ਪੇਟਾ। ਭਗਤ ਜਨਾ ਹਰ ਮਾਂ ਪਿਓ ਬੇਟਾ, ਭਾਈ ਗੁਰਦਾਸ ਜੀ ਕਹਿੰਦੇ, ਭਗਤ ਰਵਿਦਾਸ ਜੀ ਦੇ ਪਰਥਾਏ ਜਦੋਂ ਕਹਿੰਦੇ ਇਹ ਅਵਸਥਾ ਹੁੰਦੀ ਹੈ। ਬਾਜ ਗੁਰੂ ਗੁਬਾਰ ਹੈ, ਬਿਨ ਸ਼ਬਦੈ ਬੂਝ ਨਾ ਪਾਏ। ਗੁਰੂ ਤੋਂ ਬਿਨਾਂ ਤੇ ਹਨੇਰਾ ਭਾਈ। ਗੁਰੂ ਨੇ ਦੱਸਣੀ ਹੈ, ਸੋਝੀ ਦੇਣੀ ਹੈ, ਗੁਰੂ ਨੇ ਗਿਆਨ ਦੇਣਾ। ਗੁਰੂ ਤੋਂ ਬਿਨਾਂ ਅਗਿਆਨਤਾ ਹੈ, ਜੋ ਮਰਜ਼ੀ ਕਰੀ ਚਲੋ। ਧੰਦਾ ਪਿੱਟੋ ਭਾਈਓ, ਧੰਦਾ ਹੀ ਪਿੱਟਣਾ। ਮਹਾਰਾਜ ਕਹਿੰਦੇ, ਅਲਾਣੀਆਂ ਵਿੱਚ ਆਉਂਦਾ ਸ਼ਬਦ, ਇਹ ਧੰਦਾ ਹੀ ਪਿੱਟਣਾ ਹੈ ਗੁਰੂ ਤੋਂ ਬਿਨਾਂ। ਬਾਜ ਗੁਰੂ ਗੁਬਾਰ ਹੈ, ਅਗਿਆਨਤਾ ਦਾ ਅੰਧਾ ਹਨੇਰਾ ਹੈ। ਬਿਨ ਸ਼ਬਦੈ ਬੂਝ ਨਾ ਪਾਏ। ਗੁਰਬਾਣੀ ਦੇ ਸ਼ਬਦ ਤੋਂ ਬਿਨਾਂ ਚਾਨਣ ਨਹੀਂ ਹੋਣਾ, ਸਮਝ ਨਹੀਂ ਲੱਗਣੀ। ਗੁਰਮਤੀ ਪ੍ਰਗਾਸ ਹੋਏ। ਗੁਰੂ ਦੀ ਮੱਤ ਨੇ ਅੰਦਰ ਆਤਮਿਕ ਚਾਨਣ ਬਖਸ਼ਣਾ। ਸੱਚ ਰਹਿ ਲਿਵ ਲਾਏ। ਫਿਰ ਬੰਦਾ ਸੱਚੇ ਨਾਮ ਵੱਲ ਨੂੰ ਜੁੜਦਾ, ਉੱਧਰ ਫਿਰ ਲਿਵ ਲੱਗਦੀ ਹੈ, ਫਿਰ ਬਾਣੀ ਪੜ੍ਹਦਾ, ਫਿਰ ਨੇਮ ਵਿੱਚ ਜਾਂਦਾ, ਫਿਰ ਆਪਣੇ ਅੰਦਰ ਦੀ ਸਾਧਨਾ ਕਰਦਾ। ਫਿਰ ਬਾਹਰੋਂ ਤਾਂ ਹੈ ਹੀ ਹੈ, ਬਾਹਰੋਂ ਤਾਂ ਘੜੇ ਲਿਆ, ਬਾਹਰ ਤਾਂ ਹੋ ਗਿਆ ਰੂਪ ਇਹੋ ਜਿਹਾ। ਹੁਣ ਅੰਦਰ ਦੀ ਸਾਧਨਾ ਸ਼ੁਰੂ ਕਰਦਾ ਵੀ ਹੁਣ ਅੰਦਰ ਵੀ ਕੰਮ ਕਰੀਏ। ਇਉਂ ਕਹਿੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਭਾਈ ਗੁਰਮਤੀ ਪ੍ਰਗਾਸ ਹੋਏ, ਸੱਚ ਰਹਿ ਲਿਵ ਲਾਏ। ਤਿੱਥੈ ਕਾਲ ਨਾ ਸੰਚਰੈ, ਜੋਤੀ ਜੋਤ ਸਮਾਏ। ਉੱਥੇ ਫਿਰ ਕਾਲ ਪਹੁੰਚਦਾ ਨਹੀਂ। ਕਲਯੁਗ ਹੈ ਜਿਹੜਾ, ਮੌਤ ਦਾ ਡਰ ਨਹੀਂ ਪਹੁੰਚਦਾ। ਫਿਰ ਕਲਯੁਗ ਦੀਆਂ ਚਪੇੜਾਂ, ਮਾਇਆ ਦੇ ਕਹਿ ਲਓ ਕਿ ਤਰ੍ਹਾਂ ਤਰ੍ਹਾਂ ਦੇ ਚਰਿੱਤਰ ਨੇ ਨਾ ਜਿਹੜੇ, ਇਹ ਨਹੀਂ ਉੱਥੇ ਪਹੁੰਚਦੇ। ਫਿਰ ਜੋਤੀ ਜੋਤ ਸਮਾਏ, ਉੱਥੇ ਜੀਵ ਦੀ ਜੋਤ ਹੈ ਨਾ ਜਿਹੜੀ, ਉਹ ਜੋਤੀ ਰੂਪ ਪਰਮਾਤਮਾ 'ਚ ਅਭੇਦ ਹੋ ਜਾਂਦੀ ਹੈ। ਤੂੰ ਹੈ ਸਾਜਨ ਤੂੰ ਸੁਜਾਨ, ਤੂੰ ਆਪੇ ਮੇਲਣਹਾਰ। ਹੇ ਵਾਹਿਗੁਰੂ ਤੂੰ ਸੱਜਣ ਹੈ, ਤੂੰ ਸੁਜਾਨ। ਤੇਰੇ ਵਰਗਾ ਸਿਆਣਾ ਹੋਰ ਕੋਈ ਹੈ ਨਹੀਂ, ਤੂੰ ਸਭ ਕੁਝ ਜਾਣਦਾ। ਤੂੰ ਆਪੇ ਮੇਲਣਹਾਰ, ਤੂੰ ਕਿਰਪਾ ਕਰ, ਤੂੰ ਆਪੇ ਮੇਲਣ ਵਾਲਾ ਵੀ ਆ, ਮੈਨੂੰ ਵੀ ਮੇਲ ਲੈ। ਬੇਨਤੀ ਕਰਿਆ ਕਰੀਏ। ਜਿਵੇਂ ਭਾਈ ਲਹਿਣੇ ਨੂੰ ਆਪੇ ਬਾਂਹ ਫੜ ਕੇ ਲੈ ਗਏ, ਗੁਰੂ ਨਾਨਕ ਨੂੰ ਮਿਲਣ ਆਇਆ ਸੀ, ਆਪੇ ਅੱਗੇ ਹੋ ਕੇ ਕਹਿੰਦੇ ਚੱਲ ਤੈਨੂੰ ਰਾਹ ਦੱਸ ਦਈਏ।
ਆਪੇ ਹੀ ਮੇਲਣ ਵਾਲਾ ਹੈ। ਗੁਰ ਸ਼ਬਦੀ ਸਾਲਾ ਹੀ ਹੈ, ਅੰਤ ਨਾ ਪਾਰਾਵਾਰ। ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ। ਉਹ ਵਾਹਿਗੁਰੂ ਦਾ ਅੰਤ ਨਹੀਂ, ਪਾਰਾਵਾਰ ਨਹੀਂ ਭਾਈ ਕੋਈ ਉਹਦੀ ਸਿਫਤ ਤੇ ਕਰੋ। ਇਉਂ ਕਹਿੰਦੇ ਨੇ, ਤਿੱਥੈ ਕਾਲ ਨ ਅੱਪੜੈ, ਜਿੱਥੈ ਗੁਰ ਕਾ ਸ਼ਬਦ ਅਪਾਰ। ਜਿੱਥੇ ਗੁਰੂ ਦਾ ਸ਼ਬਦ ਪਹੁੰਚਦਾ ਉੱਥੇ ਕਾਲ ਨਹੀਂ ਪਹੁੰਚ ਸਕਦਾ, ਉੱਥੇ ਮਾਇਆ ਨਹੀਂ ਪਹੁੰਚਦੀ, ਉੱਥੇ ਮਾਇਆ ਦੀ ਪਕੜ ਨਹੀਂ ਹੁੰਦੀ। ਉਹ ਹਿਰਦਾ ਸ਼ਬਦ ਨਾਲ ਐਸਾ ਓਤ-ਪੋਤ ਹੋ ਜਾਂਦਾ ਹੈ। ਸਾਧ ਸੰਗਤ, ਜਿਵੇਂ ਕਾਗਜ਼ ਦੇ ਉੱਤੇ ਤੇਲ ਲਾ ਦਿਓ ਪਹਿਲਾਂ ਸਰੋਂ ਦਾ, ਫਿਰ ਪਾਣੀ 'ਚ ਸਿੱਟ ਦਿਓ, ਫਿਰ ਪਾਣੀ ਉਹਨੂੰ ਪਕੜਦਾ ਨਹੀਂ ਕੁਝ ਸਮੇਂ ਲਈ। ਜਿੰਨਾ ਸਮਾਂ ਤੇਲ ਦਾ ਲੇਪ ਉਹਦੇ ਆਲੇ ਦੁਆਲੇ, ਉਨਾ ਸਮਾਂ ਪਾਣੀ ਉੱਤੇ ਕੁਛ ਨਹੀਂ ਅਸਰ ਕਰਦਾ। ਇਉਂ ਹੀ ਜਦੋਂ ਗੁਰੂ ਦੇ ਸ਼ਬਦ ਦਾ ਲੇਪ ਕੀਤਾ ਹੋਏ, ਤਦ ਭਾਵੇਂ ਮਾਇਆ ਦੇ ਪਾਣੀ ਦੇ ਵਿੱਚ ਵੀ ਕਿਉਂ ਨਾ ਰਵੇ, ਤਾਂ ਵੀ ਬਚਿਆ ਰਹਿੰਦਾ। ਤਿੱਥੈ ਕਾਲ ਨ ਅੱਪੜੈ, ਜਿੱਥੈ ਗੁਰ ਕਾ ਸ਼ਬਦ ਅਪਾਰ। ਹੁਕਮੀ ਸਭੇ ਉਪਜੈ, ਹੁਕਮੀ ਕਾਰ ਕਮਾਹੇ। ਸਾਰੇ ਤਾਂ ਹੁਕਮ 'ਚ ਪੈਦਾ ਹੋਏ ਆ, ਹੁਕਮ 'ਚ ਕੰਮ ਕਰ ਰਹੇ ਆ। ਹੁਕਮੀ ਕਾਲ ਵਸ ਹੈ, ਹੁਕਮੀ ਸਾਚ ਸਮਾਹੇ। ਹੁਕਮ ਦੇ ਵਿੱਚ ਹੀ ਹੁਕਮ ਇਹ ਵੀ ਜਿਹੜਾ ਮਾਇਆ ਮੋਹ 'ਚ ਫਸਿਆ ਰਹੇਗਾ, ਉਹ ਕਾਲ ਦੇ ਵਸ 'ਚ ਜਾਏਗਾ। ਉਹਦੇ ਹੁਕਮ 'ਚ ਹੋਇਆ ਇਹ ਲਿਖਿਆ ਹੋਇਆ, ਫਿਰ ਬਚਾ ਤਾਂ ਹੋ ਨਹੀਂ ਸਕਦਾ। ਹੁਕਮ ਕੀਤਾ ਹੋਇਆ ਉਹਨੇ ਵੀ, ਜਿਹੜਾ ਇੱਧਰਲੇ ਰਾਹ ਜਾਊਗਾ ਮਾਇਆ ਦੇ ਰਾਹ, ਉਹਨੇ ਜਮਾ ਦੇ ਰਾਹ ਜਾਣਾ। ਜਿਹੜਾ ਇੱਧਰ ਗੁਰੂ ਦੇ ਰਾਹ 'ਤੇ ਜਾਏਗਾ, ਉਹ ਸੱਚਖੰਡ ਦੇ ਰਸਤੇ ਜਾਊ। ਹੁਕਮ ਕੀਤਾ ਪਿਆ, ਰਾਹ ਲਿਖੇ ਪਏ ਆ, ਥਾਂ ਥਾਂ ਦੇ ਉੱਤੇ ਮੁਰਸ਼ਿਦ ਪੀਰ ਪੈਗੰਬਰ ਸਮਝਾ ਰਹੇ ਆ, ਤੇ ਫਿਰ ਵੀ ਜੇ ਨਾ ਮੰਨੇ, ਫਿਰ ਹੁਕਮ ਵਰਤਣਾ ਹੀ ਵਰਤਣਾ ਭਾਈ। ਹੁਕਮੀ ਕਾਲਾ ਵਸ ਹੈ, ਹੁਕਮੀ ਸਾਚ ਸਮਾਹੇ। ਹੁਕਮ ਵਿੱਚ ਹੀ ਰਹੇਗਾ ਤਾਂ ਸੱਚ ਵਿੱਚ ਸਮਾ ਜਾਏਗਾ। ਨਾਨਕ ਜੋ ਤਿਸ ਭਾਵੈ ਸੋ ਥੀਐ, ਇਹਨਾਂ ਜਨਤਾ ਵਸ ਕਿਛ ਨਾਹੇ। ਵਾਹਿਗੁਰੂ ਅੱਗੇ ਅਰਦਾਸ ਕਰ ਰਹੇ, ਵਾਹਿਗੁਰੂ ਦੇਖੋ ਕਿੱਡੀ ਵੱਡੀ ਗੁਰੂ ਜੀ ਤੁਹਾਡੀ ਸਿਫਾਰਿਸ਼ ਕਰ ਰਹੇ। ਜਿਵੇਂ ਵਕੀਲ ਆਪਣੀ ਪਾਰਟੀ ਦੇ ਬਚਾਅ ਦੇ ਵਿੱਚ ਦਲੀਲਾਂ ਦਿੰਦਾ ਨਾ, ਉਹਨੂੰ ਬਚਾਉਂਦਾ ਹੈ। ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਜੋ ਤੈਨੂੰ ਭਾਉਂਦਾ ਉੱਦਾਂ ਹੀ ਤੂੰ ਕਰ, ਤੂੰ ਇਹਨਾਂ ਦਾ ਭਲਾ ਕਰ। ਇਹਨਾਂ ਜਨਤਾ ਵਸ ਕਿਛ ਨਾਹੇ, ਇਹਨਾਂ ਵਿਚਾਰਿਆਂ ਦੇ ਵਸ ਦੀ ਗੱਲ ਨਹੀਂ, ਤੂੰ ਰੱਖ ਲੈ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰਾ ਉਭਰੈ ਤਿਤ ਤੈ ਲਿਹੋ ਬਾਹਰ। ਹੈ ਵਾਹਿਗੁਰੂ, ਇਹਨਾਂ ਨੂੰ ਆਪਣੇ ਨਾਮ ਦਾ ਕਿਣਕਾ ਦੇ ਕੇ ਤੂੰ ਹੀ ਬਚਾ ਲੈ। ਇਹ ਆਪ ਨਹੀਂ ਸਮਝਦੇ, ਤੂੰ ਹੀ ਸਮਝਾ ਲੈ। ਇਉਂ ਬੇਨਤੀ ਕਰਦੇ ਹੋਏ ਨਾਲ ਸਮਝਾ ਵੀ ਰਹੇ ਆ ਕਿ ਜਿਵੇਂ ਮਛਲੀ ਬਾਅਦ 'ਚ ਪਛਤਾਉਂਦੀ ਹੈ, ਤੂੰ ਵੀ ਨਾ ਪਛਤਾਈ। ਮਾਇਆ ਦੀ ਖੇਡ ਬੜੀ ਅਵੱਲੀ ਹੈ। ਹੁਕਮ ਵਿੱਚ, ਪ੍ਰਭੂ ਦੇ ਵਿੱਚ ਚੱਲ ਕੇ ਨਾਮ ਜਪੇਂਗਾ ਤੇ ਨਾਮ ਵਾਲਾ ਹੋ ਜਾਏਗਾ। ਅਗਰ ਵਿਕਾਰਾਂ ਵਿੱਚ ਭੱਜੇਗਾ ਤੇ ਉਹ ਤਾਂ ਹੁਕਮ ਕੀਤਾ ਪਿਆ, ਫਿਰ ਮੌਤ ਦਾ ਰਾਹ ਤੂੰ ਚੁਣ ਲਿਆ। ਨਾਲ ਬੇਨਤੀ ਵੀ ਕਰ ਰਿਹਾ, ਵਾਹਿਗੁਰੂ ਤੂੰ ਸਰਬ ਕਲਾ ਸਮਰੱਥ ਹੈ। ਇਹ ਵਿਚਾਰੇ ਜੀਵ ਭੁੱਲਣਹਾਰ ਨੇ, ਔਗਣਿਆਰੇ ਨੇ, ਤੂੰ ਸਮਰੱਥ ਹੈ। ਇਹਨਾਂ ਦੀ ਮੱਤ ਥੋੜ੍ਹੀ ਹੈ, ਇਹਨਾਂ ਨੂੰ ਆਪਣੀ ਚਰਨੀ ਲਾ ਕੇ ਇਹਨਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਬਣਾ ਦੇ। ਇਉਂ ਬੇਨਤੀ ਮਹਾਰਾਜ ਨੇ ਕੀਤੀ ਹੈ। ਇੱਥੇ ਹੀ ਸਾਧ ਸੰਗ ਸ਼ਬਦ ਦੀ ਸੰਪੂਰਨਤਾ ਹੈ ਔਰ ਸਮੇਂ ਦੀ ਸਮਾਪਤੀ ਹੈ। ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰ ਹੋਈਆਂ, ਸਭਨਾਂ ਨੂੰ ਗੁਰੂ ਦਰਬਾਰ ਵਿਖੇ ਪਹੁੰਚਣ ਉੱਤੇ ਜੀਓ ਆਇਆਂ ਨੂੰ। ਹੋਈਆਂ ਭੁੱਲਾਂ ਦੀ ਇੱਕ ਵਾਰ ਫਿਰ ਤੋਂ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।